ਸਾਡੇ ਨਾਲ ਜੁੜੇ ਰਹਿਣ ਦੇ ਲਈ YouTube ਦਾ ਚੈਨਲ ਅੰਮ੍ਰਿਤ ਬਾਣੀ ਸੇਵਾ ਦਾ ਜਰੂਰ ਸਬਸਕ੍ਰਾਈਬ ਕਰੋ ਤੇ ਬੈਲ ਬਟਨ ਜਰੂਰ ਪ੍ਰੈਸ ਕਰੋ ਤਾਂ ਕਿ ਤੁਹਾਡੇ ਤੱਕ ਸਾਡੀ ਨਵੀਂ ਨੋਟੀਫਿਕੇਸ਼ਨ ਜਲਦੀ ਪਹੁੰਚ ਸਕੇ। ਸਾਹਿਬਾਂ ਦਾ ਪਾਵਨ ਇਤਿਹਾਸ। ਜਗਤ ਗੁਰੂ ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਕਥਾ ਜੋ ਹੁਣ ਸਮਾਪਤ ਹੋਣ ਜਾ ਰਹੀ ਹੈ। ਸਤਿਗੁਰਾਂ ਦਾ ਇਹ ਪਵਿੱਤਰ ਇਤਿਹਾਸ ਜਿਸ ਵਿੱਚ ਵੈਰਾਗ ਹੈ, ਗਿਆਨ ਹੈ, ਵਿਵੇਕ ਹੈ, ਭਗਤੀ ਹੈ ਔਰ ਅਤ ਦਰਜੇ ਦੀ ਨਿਰਮਾਣਤਾ ਤੇ ਨਿਮਰਤਾ ਹੈ। ਉਹ ਕਥਾ ਆਪ ਜੀ ਬੜੇ ਪਿਆਰ ਨਾਲ ਸਤਿਕਾਰ ਨਾਲ ਸਰਵਣ ਕਰਦੇ ਹੋ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਆਏ ਹਨ। ਗੋਇੰਦਵਾਲ ਸਾਹਿਬ ਚ ਬਾਬਾ ਮੋਹਣ ਜੀ, ਬਾਬਾ ਮੋਹਰੀ ਜੀ, ਹੋਰ ਜਿਹੜੇ ਗੁਰਸਿੱਖ ਨੇ, ਉਹਨਾਂ ਨਾਲ ਸਤਿਗੁਰੂ ਜੀ ਨੇ ਮੇਲ ਮਿਲਾਪ ਕੀਤਾ ਹੈ। ਇਸ ਗੱਲ ਦੀ ਚਰਚਾ ਵੀ ਚੱਲੀ ਕਿ ਬਾਬਾ ਪ੍ਰਿਥੀ ਚੰਦ ਜੀ ਨੇ ਗੁਰੂ ਰਾਮਦਾਸ ਜੀ ਨਾਲ ਬਹੁਤ ਝਗੜਾ ਕੀਤਾ ਹੈ ਔਰ ਨਾ ਕਹਿਣ ਯੋਗ ਜਿਹੜੇ ਕਬੋਲ ਹਨ ਉਹ ਬੋਲੇ ਹਨ। ਬਾਬਾ ਮੋਹਰੀ ਜੀ ਨੇ ਆਖਿਆ, ਮੈਨੂੰ ਪਹਿਲਾਂ ਹੀ ਪਤਾ ਸੀ ਕਿ ਪ੍ਰਿਥੀ ਚੰਦ ਐਸੇ ਤਰ੍ਹਾਂ ਕਰੇਗਾ, ਕਿਉਂਕਿ ਮੁੱਢ ਤੋਂ ਉਹਦਾ ਸੁਭਾਅ ਲੋਭੀ, ਲਾਲਚੀ ਤੇ ਹੰਕਾਰੀ ਹੈ। ਸਿੱਖ ਕਈ ਸੋਚ ਰਹੇ ਨੇ ਕਿ ਹੁਣ ਆਉਣ ਵਾਲੇ ਸਮੇਂ 'ਚ ਪਤਾ ਨਹੀਂ ਕੀ ਬਣੇਗਾ, ਕੀ ਜਾਣੀਏ ਪ੍ਰਿਥੀ ਚੰਦ ਕੀ ਕਰੇ। ਉਧਰ ਮਾਤਾ ਭਾਨੀ ਜੀ ਬੜੇ ਚਿੰਤਤ ਨੇ, ਵਿਆਕੁਲ ਨੇ ਕਿ ਮੇਰੇ ਪੁੱਤਰਾਂ ਦਾ ਆਪਸੀ ਵਿਰੋਧ ਹੋ ਉੱਠਿਆ ਹੈ। ਮਾਂ ਦਾ ਕਲੇਜਾ ਮਾਂ ਦੀਆਂ ਆਂਦਰਾਂ ਹੋਣ ਕਰਕੇ ਬੜੇ ਵਿਆਕੁਲ ਹੋ ਕੇ ਸੋਚਦੇ ਨੇ। ਪਿਤਾ ਗੁਰੂ ਜੀ ਦੇ ਬਚਨ ਸੱਚ ਹੋ ਰਹੇ ਨੇ। ਉਹਨਾਂ ਨੇ ਕਿਹਾ ਸੀ, ਗੁਰਿਆਈ ਤਾਂ ਤੇਰੀ ਵੰਸ਼ ਵਿੱਚ ਰਹੇਗੀ, ਪਰ ਸਮੱਸਿਆਵਾਂ ਵੀ ਆਉਣਗੀਆਂ। ਉਹ ਬਚਨ ਸੱਚ ਹੋ ਰਹੇ ਨੇ। ਮੈਂ ਵਗਦੇ ਦਰਿਆ ਨੂੰ ਰੋਕਿਆ, ਹੁਣ ਸਮੱਸਿਆ ਤਾਂ ਆਉਣੀ ਹੈ। ਮਾਤਾ ਭਾਨੀ ਦੀਆਂ ਭਰਜਾਈਆਂ ਨੇ ਮਾਤਾ ਭਾਨੀ ਜੀ ਨੂੰ ਕੁਝ ਧੀਰਗ ਦਿੱਤਾ ਹੈ, ਤਰਵਾਸ ਦਿੱਤਾ ਹੈ। ਰਾਤਰੀ ਦਾ ਸਮਾਂ, ਗੁਰੂ ਰਾਮਦਾਸ ਸਾਹਿਬ ਜੀ ਲੰਗਰ ਪ੍ਰਸ਼ਾਦਾ ਛਕ ਕੇ ਬਿਰਾਜੇ ਹਨ। ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਉੱਠੇ ਨੇ, ਇਸ਼ਨਾਨ ਪਾਨ ਕਰਕੇ ਦਰਬਾਰ 'ਚ ਬੈਠ ਕੇ ਰਬਾਬੀ ਸਿੱਖਾਂ ਕੋਲੋਂ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਿਆ। ਦਿਨ ਚੜ੍ਹਿਆਂ ਕੀਰਤਨ ਦੀ ਸਮਾਪਤੀ ਹੋਈ ਹੈ ਤੇ ਕੀਰਤਨ ਦੀ ਸਮਾਪਤੀ ਤੋਂ ਬਾਅਦ ਗੁਰੂ ਰਾਮਦਾਸ ਜੀ ਸਾਰੇ ਸਿੱਖਾਂ ਨੂੰ ਕੋਲ ਸੱਦ ਕੇ ਬਾਬਾ ਮੋਹਣ ਜੀ, ਬਾਬਾ ਮੋਹਰੀ ਜੀ ਹੋਣਾ ਨੂੰ ਸੱਦ ਕੇ ਹੁਕਮ ਕੀਤਾ ਕਿ ਅੱਜ ਤੋਂ ਬਾਅਦ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਸਾਡਾ ਸਰੂਪ ਕਰਕੇ ਜਾਣਨਾ ਹੈ। ਸਰੀਰ ਭਾਵੇਂ ਪੰਜਾਂ ਦੇ ਵਿੱਚ ਭੇਦ ਹੋ ਸਕਦਾ ਹੈ, ਪਰ ਅੰਦਰ ਜੋਤ ਪੰਜਾਂ ਵਿੱਚ ਇੱਕੋ ਹੀ ਹੈ। ਇਹਦੇ 'ਚ ਕਿਸੇ ਨੇ ਭੇਦ ਨਹੀਂ ਸਮਝਣਾ। ਔਰ ਬਾਬਾ ਮੋਹਣ ਤੇ ਮੋਹਰੀ ਜੀ ਨੂੰ ਆਖਿਆ ਕਿ ਤੁਸੀਂ ਗੁਰੂ ਅਰਜਨ ਸਾਹਿਬ ਦੀ ਬਾਂਹ ਫੜੋ। ਬਾਬਾ ਮੋਹਰੀ ਜੀ ਨੇ ਗੁਰੂ ਅਰਜਨ ਸਾਹਿਬ ਦੀ ਬਾਂਹ ਫੜਦਿਆਂ ਆਖਿਆ, ਜੀ ਅਸੀਂ ਤਾਂ ਇਹਨਾਂ ਦੀ ਬਾਂਹ ਫੜ ਕੇ ਹੀ ਤਰਨਾ।
ਸਾਨੂੰ ਤਾਂ ਇਹਨਾਂ ਦੀ ਬਾਂਹ ਦਾ ਹੀ ਆਸਰਾ ਹੈ ਤੇ ਸਾਡੀ ਬਾਂਹ ਤਾਂ ਇਹਨਾਂ ਨੇ ਪਕੜਨੀ ਹੈ। ਇਸ ਤਰ੍ਹਾਂ ਬਾਬਾ ਮੋਹਰੀ ਜੀ ਨੇ ਕਿਹਾ ਸੀ। ਸਤਿਗੁਰੂ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਸਾਹਿਬ ਦੀ ਇੱਕ ਡਿਊਟੀ ਲਾਈ ਕਿ ਹੁਣ ਅਸੀਂ ਸੱਚਖੰਡ ਜਾਣ ਦੀ ਤਿਆਰੀ ਕਰ ਲਈ ਹੈ। ਸਾਡੇ ਤੋਂ ਬਾਅਦ ਅੰਮ੍ਰਿਤਸਰ ਸਰੋਵਰ, ਜਿਸ ਦੀ ਖੁਦਾਈ ਅਸੀਂ ਗੁਰੂ ਅਮਰਦਾਸ ਜੀ ਦੇ ਹੁਕਮ ਨਾਲ ਸ਼ੁਰੂ ਕੀਤੀ ਹੈ, ਉਹਦੀ ਸੇਵਾ ਤੁਸੀਂ ਕਰਾਉਣੀ ਔਰ ਅੰਮ੍ਰਿਤਸਰ ਸਰੋਵਰ ਨੂੰ ਸਾਡਾ ਸਰੀਰ ਸਮਝਣਾ ਕਿ ਅੰਮ੍ਰਿਤਸਰ ਸਰੋਵਰ ਸਾਡਾ ਸਰੀਰ ਹੈ ਔਰ ਚਾਰੇ ਪਾਸੇ ਪੌੜੀਆਂ ਬਣਾ ਕੇ ਸਰੋਵਰ ਨੂੰ ਪੱਕਿਆਂ ਕਰਾਉਣ ਦੀ ਸੇਵਾ ਕਰਨੀ ਹੈ ਔਰ ਸਰੋਵਰ ਦੇ ਅੰਦਰ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਕਰਨੀ ਹੈ, ਜਿੱਥੇ ਹਰੀ ਦਾ ਘਰ ਹੋਵੇਗਾ, ਹਰੀ ਦਾ ਮੰਦਰ ਹੋਵੇਗਾ। ਗੁਰੂ ਅਰਜਨ ਸਾਹਿਬ ਨੇ ਆਖਿਆ, ਸਤਿਗੁਰੂ ਜੀ ਮੈਂ ਕੌਣ ਆ ਕਰਨ ਵਾਲਾ, ਤੁਸੀਂ ਕਰਨ ਕਰਾਉਣ ਵਾਲੇ ਹੋ, ਜਿਵੇਂ ਕਰਾਓਗੇ ਮੈਂ ਤਿਵੇਂ ਕਰੀ ਜਾਵਾਂਗਾ। ਇਹ ਬਚਨ ਗੁਰੂ ਰਾਮਦਾਸ ਸਾਹਿਬ ਜੀ ਨੇ ਕਹਿ ਕੇ ਸੱਚਖੰਡ ਗਮਨ ਦੀਆਂ ਤਿਆਰੀਆਂ ਕੀਤੀਆਂ ਨੇ। ਆਓ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਬੈਕੁੰਠ ਗਮਨ ਦੀ ਕਥਾ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਅਰਦਾਸ ਕਰੀਏ ਕਿ ਸਤਿਗੁਰਾਂ ਦੀ ਕਥਾ ਵਿੱਚੋਂ ਸਾਨੂੰ ਰਸ ਆਵੇ, ਗੁਰੂ ਕੀ ਕਥਾ ਵਿੱਚੋਂ ਸਾਨੂੰ ਆਤਮਿਕ ਆਨੰਦ ਦੀ ਪ੍ਰਾਪਤੀ ਹੋਵੇ। ਇਕਾਗਰਤਾ ਬਣਾਈਏ ਔਰ ਆਖੀਏ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਲਖ ਤਿਆਰੀ ਸਤਿਗੁਰੂ ਕੀ, ਤਬ ਭਾਨੀ ਬੜ ਭਾਗ। ਮਾਤਾ ਭਾਨੀ ਜੀ ਜੋ ਬੜੇ ਵੱਡਿਆਂ ਭਾਗਾਂ ਵਾਲੇ ਹਨ, ਉਹਨਾਂ ਨੇ ਜਦੋਂ ਜਾਣਿਆ ਕਿ ਮੇਰੇ ਸਿਰ ਦੇ ਸਾਈਂ ਮੇਰੇ ਪਤੀ ਦੇਵ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਹੁਣ ਸੱਚਖੰਡ ਜਾਣਾ ਹੈ, ਉਹਨਾਂ ਨੇ ਹੁਣ ਬੈਕੁੰਠ ਜਾਣਾ ਹੈ। ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਬੈਕੁੰਠ ਜਾਣ ਬਾਰੇ ਜਾਣ ਕੇ ਹੱਥ ਬੰਦ ਬੰਧਨ ਕਰੇ ਪੁਰ ਉਮੰਗਾ ਅਨੁਰਾਗ। ਹੱਥ ਬੰਨ ਕੇ ਬੜੇ ਪਿਆਰ ਨਾਲ ਬੜੇ ਸਤਿਕਾਰ ਨਾਲ ਮਾਤਾ ਭਾਨੀ ਨੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਨਮਸਕਾਰ ਕੀਤੀ ਹੈ। ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ। ਹਿਰਦੇ ਵਿੱਚ ਬੜਾ ਅਨੁਰਾਗ ਹੈ, ਹਿਰਦੇ 'ਚ ਬੜਾ ਭਾਰੀ ਪ੍ਰੇਮ ਹੈ, ਮਨ ਪ੍ਰੇਮ ਨਾਲ ਗਦਗਦ ਹੋ ਰਿਹਾ ਮਾਤਾ ਭਾਨੀ ਦਾ। ਚੌਪਈ ਸਰਬ ਰੀਤ ਸਮਰੱਥ ਸੁਖ ਦਾਤੇ, ਜਿਨ ਬੜ ਭਾਗ ਤਿਨੋ ਤੁਮ ਜਾਤੇ। ਔਰ ਕਹਿਣ ਲੱਗੇ, ਜੀ ਤੁਸੀਂ ਸਰਬ ਰੀਤੀਆਂ ਕਰਕੇ ਸਮਰੱਥ ਹੋ, ਸਰਬ ਰੀਤ ਕਰਕੇ ਤੁਸੀਂ ਸਮਰੱਥ ਹੋ, ਸੁੱਖਾਂ ਦੇ ਦਾਤੇ ਹੋ, ਔਰ ਜਿਨ੍ਹਾਂ ਦੇ ਵੱਡੇ ਭਾਗ ਨੇ ਉਹਨਾਂ ਨੇ ਤੁਹਾਡੇ ਬਾਰੇ ਜਾਣਿਆ। हे ਪਤੀ ਦੇਵ ਜੀ, हे ਸਤਿਗੁਰੂ ਜੀ, ਤੁਹਾਨੂੰ ਹਰ ਕੋਈ ਨਹੀਂ ਸਮਝ ਸਕਦਾ। ਜਿਨ੍ਹਾਂ ਦੇ ਵੱਡੇ ਭਾਗ ਨੇ ਉਹਨਾਂ ਨੇ ਆਪ ਜੀ ਬਾਰੇ ਜਾਣਿਆ, ਉਹਨਾਂ ਨੇ ਤੁਹਾਡੀ ਮਹਿਮਾ ਨੂੰ ਜਾਣਿਆ ਹੈ। ਹਲਤ ਪਲਤ ਮੈਂ ਉਹ ਸਹਾਏ, ਜਿਮ ਚਾਓ ਤਿਮ ਠਟੋ ਗੁਸਾਏ। ਮਹਾਰਾਜ ਜੀ ਤੁਸੀਂ ਲੋਕ ਤੇ ਪਰਲੋਕ ਵਿੱਚ ਸਹਾਈ ਹੋਣ ਵਾਲੇ ਹੋ, ਲੋਕ ਪਰਲੋਕ ਵਿੱਚ ਤੁਸੀਂ ਮਦਦ ਕਰਨ ਵਾਲੇ ਹੋ ਤੇ ਜਿਵੇਂ ਚਾਹੋ ਉਸੇ ਤਰ੍ਹਾਂ ਕਰ ਸਕਦੇ ਹੋ। ਤੁਸੀਂ ਸਮਰੱਥ ਹੋ, ਕਰਨ ਕਰਾਵਣ ਯੋਗ ਹੋ ਤੇ ਸਮਰੱਥ ਵਾਸਤੇ ਕੋਈ ਵੀ ਚੀਜ਼ ਅਸੰਭਵ ਨਹੀਂ ਹੁੰਦੀ। ਉਹ ਜੋ ਚਾਹੇ ਮਰਜ਼ੀ ਕਰ ਸਕਦਾ ਹੈ, ਜੋ ਚਾਹੇ ਮਰਜ਼ੀ ਬਣਾ ਸਕਦਾ ਹੈ। ਉਹ ਚਾਹੇ ਸਾਰੀ ਸ੍ਰਿਸ਼ਟੀ ਬਣਾ ਦੇਵੇ, ਚਾਹੇ ਢਾ ਦੇਵੇ ਤੇ ਚਾਹੇ ਰੱਖ ਲਵੇ। ਮਹਾਰਾਜ ਤੁਸੀਂ ਸਰਬ ਕਲਾ ਸਮਰੱਥ ਹੋ, ਜੋ ਚਾਹੇ ਕਰਨ ਦੀ ਤਾਕਤ ਤੁਹਾਡੇ ਕੋਲ ਹੈ, ਤੁਸੀਂ ਕਰ ਸਕਦੇ ਹੋ। ਮੈਂ ਰਾਵਰ ਕੇ ਸੰਗ ਸਿਦਾਰੋਂ, ਤੁਮ ਬਿਨ ਨਹੀਂ
ਜੀਵ ਬੋਧਾਰੋ। ਮਾਤਾ ਭਾਨੀ ਜੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਬੇਨਤੀ ਕਰਦਿਆਂ ਕਹਿੰਦੇ, ਸਤਿਗੁਰੂ ਮੈਂ ਵੀ ਤੁਹਾਡੇ ਨਾਲ ਹੀ ਸੱਚਖੰਡ ਜਾਣਾ, ਮੈਂ ਵੀ ਆਪ ਜੀ ਦੇ ਨਾਲ ਹੀ ਬੈਕੁੰਠ ਗਮਨ ਕਰਨਾ, ਕਿਉਂਕਿ ਪਾਤਸ਼ਾਹ ਮੈਂ ਤੁਹਾਡੇ ਤੋਂ ਬਿਨਾਂ ਜਿਉਂਦੀ ਨਹੀਂ ਰਹਿ ਸਕਦੀ। ਪਤਵਰਤਾ ਧਰਮ ਦੇ ਵਿੱਚ ਪਰਪੱਕ ਮਾਤਾ ਭਾਨੀ, ਜੋ ਆਪਣੇ ਪਤੀ ਦੇਵ ਗੁਰੂ ਰਾਮਦਾਸ ਸਾਹਿਬ ਜੀ ਦੇ ਪਰਮ ਪਿਆਰ ਚ ਪਰੋਤੇ ਹੋਏ ਨੇ, ਅਸਲ ਵਿੱਚ ਸਤੀ ਦਾ ਰੂਪ ਬਣੇ ਹੋਏ ਨੇ, ਤੇ ਕਹਿਣ ਲੱਗੇ, ਹੇ ਪਤੀ ਦੇਵ ਜੀ ਮੈਂ ਤੁਹਾਡੇ ਬਿਨਾਂ ਜਿਉਂਦੀ ਨਹੀਂ ਰਹਿ ਸਕਦੀ, ਇਸ ਕਰਕੇ ਮੈਂ ਵੀ ਆਪ ਜੀ ਦੇ ਨਾਲ ਹੀ ਬੈਕੁੰਠ ਗਮਨ ਕਰਾਂਗੀ। ਰਾਗ ਦਵੈਖ ਬੜ ਹਰਖ ਸ਼ੋਕ, ਇਨ ਜੁਤ ਬਸਬੋ ਹੈ ਇਸ ਲੋਕ। ਮਹਾਰਾਜ ਜੀ ਇਹ ਜਿਹੜਾ ਲੋਕ ਹੈ ਇਹਦੇ ਵਿੱਚ ਰਾਗ ਹੈ, ਦਵੈਸ਼ ਹੈ, ਇਹਦੇ ਵਿੱਚ ਖੁਸ਼ੀ ਹੈ, ਗਮੀ ਹੈ। ਇਸ ਲੋਕ ਦੇ ਵਿੱਚ ਜਦੋਂ ਵਸਣਾ ਪੈਣਾ ਤੇ ਹਰਖ ਵੀ ਹੋਣਾ ਹੈ, ਸੋਗ ਵੀ ਹੋਣਾ ਹੈ, ਰਾਗ ਵੀ ਹੋਣਾ ਹੈ, ਦਵੈਸ਼ ਵੀ ਹੋਣਾ ਹੈ। ਮਹਾਰਾਜ ਇਹ ਸੰਸਾਰ ਵਿੱਚ ਤਾਂ ਇਹੀ ਕੁਝ ਹੈ। ਮੈਂ ਬਹੁਤ ਸੰਸਾਰ ਵੇਖ ਲਿਆ ਹੈ, ਤੁਹਾਡੇ ਤੋਂ ਬਿਨਾਂ ਮੈਂ ਹੁਣ ਇਸ ਸੰਸਾਰ ਵਿੱਚ ਨਹੀਂ ਰਹਿਣਾ ਚਾਹੁੰਦੀ, ਆਪ ਜੀ ਤੋਂ ਬਿਨਾਂ ਮੈਂ ਹੁਣ ਇਸ ਜਗਤ ਵਿੱਚ ਨਹੀਂ ਰਹਿਣਾ ਚਾਹੁੰਦੀ, ਕਿਉਂਕਿ ਇਸ ਜਗਤ ਵਿੱਚ ਵਸਣਾ ਹਰਖ ਸੋਗ ਦੇ ਸਹਿਤ ਹੈ, ਰਾਗ ਤੇ ਦਵੈਸ਼ ਦੇ ਸਹਿਤ ਇਸ ਲੋਕ ਵਿੱਚ ਵਸਣਾ ਹੈ। ਸੁਤ ਪ੍ਰਿਥੀਆ ਉਤਪਾਤੀ ਉਠੈ, ਪੁੱਤਰ ਪ੍ਰਿਥੀ ਚੰਦ ਵੀ ਬਾਗੀ ਹੋ ਗਿਆ, ਤੇ ਪ੍ਰਿਥੀ ਚੰਦ ਨੇ ਵੀ ਪਤਾ ਨਹੀਂ ਕਿਹੜੇ ਕਿਹੜੇ ਉਪਦਰਵ ਕਰਨੇ ਹਨ। ਆਉਣ ਵਾਲੇ ਸਮੇਂ 'ਚ ਨਾ ਜਾਣੇ ਪ੍ਰਿਥੀ ਚੰਦ ਕੀ ਕੀ ਕਰੇਗਾ, ਕਿਸ ਤਰ੍ਹਾਂ ਦੇ ਉਤਪਾਤ ਕਰੇਗਾ, ਉਪਦਰਵ ਕਰੇਗਾ। ਮਹਾਰਾਜ ਮੈਂ ਨਹੀਂ ਵੇਖਣਾ ਚਾਹੁੰਦੀ ਕਿ ਪ੍ਰਿਥੀਆ ਕਿਸ ਤਰ੍ਹਾਂ ਦੇ ਉਤਪਾਤ ਕਰੇ, ਕਿਸ ਤਰ੍ਹਾਂ ਦੇ ਝਗੜੇ ਪੈਦਾ ਕਰੇ। ਦੇਖਤ ਦੁਖ ਮੇਰੋ ਮਨ ਪੈ, ਜਦੋਂ ਪ੍ਰਿਥੀਆ ਉਤਪਾਤ ਕਰੇਗਾ, ਉਪਦਰਵ ਕਰੇਗਾ, ਝਗੜਾ ਕਰੇਗਾ, ਗੁਰੂ ਅਰਜਨ ਜੀ ਦੇ ਨਾਲ ਉਹ ਦਵੈਖ ਕਰੇਗਾ, ਤੇ ਵੇਖ ਵੇਖ ਕੇ ਮੇਰਾ ਮਨ ਦੁਖੀ ਹੋਵੇਗਾ, ਮੇਰਾ ਮਨ ਪਰੇਸ਼ਾਨ ਹੋਵੇਗਾ। ਅਤ ਆਨੰਦ ਮੈਂ ਬਾਸ ਤੁਮਾਰੋ, ਬਸੋਂ ਸੰਗ ਮੈਂ ਚਿੰਤ ਨਿਵਾਰੋ। ਮਹਾਰਾਜ ਜੀ ਤੁਹਾਡੇ ਨਾਲ ਵਸਣਾ ਆਨੰਦ ਸਹਿਤ ਵਸਣਾ ਹੈ, ਤੁਹਾਡੇ ਨਾਲ ਵਸਾਂਗੀ ਤੇ ਮਨ 'ਚ ਆਨੰਦ ਦੀ ਦਸ਼ਾ ਬਣੀ ਰਹੇਗੀ, ਮਨ ਅੰਦਰ ਆਨੰਦ ਦੀ ਹਾਲਤ ਬਣੀ ਰਹੇਗੀ। ਤੁਹਾਡੇ ਨਾਲ ਵਸ ਕੇ ਮੇਰੇ ਮਨ ਦੀ ਜਿਤਨੀ ਚਿੰਤਾ ਹੈ ਉਹ ਨਿਵਰਤ ਹੋ ਜਾਏਗੀ। ਇਸ ਕਰਕੇ ਮਹਾਰਾਜ ਜਿੰਨਾ ਚਿਰ ਤੁਹਾਡੇ ਨਾਲ ਵਸ ਲਿਆ ਠੀਕ ਹੈ, ਹੁਣ ਤੁਹਾਡੇ ਬਿਨਾਂ ਇਸ ਜਗਤ ਵਿੱਚ ਮੈਂ ਰਹਿਣਾ ਪਸੰਦ ਨਹੀਂ ਕਰਦੀ, ਇਹ ਸੰਸਾਰ ਵਿੱਚ ਰਹਿਣਾ ਮੇਰੇ ਮਨ ਨੂੰ ਹੁਣ ਨਹੀਂ ਭਾਉਂਦਾ। ਸੁਨ ਬਾਨੀ ਤੇ ਕੋਮਲ ਬਾਨੀ, ਰਾਮਦਾਸ ਸਤਿਗੁਰੂ ਬਖਾਨੀ। ਮਾਤਾ ਭਾਨੀ ਜੀ ਦੇ ਮੁਖੋਂ ਇਹ ਬੇਨਤੀ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੁਣੀ ਹੈ। ਸੁਣ ਕੇ ਕੋਮਲ ਬਾਣੀ ਮਾਤਾ ਭਾਨੀ ਦੀ ਬੇਨਤੀ ਸੁਣ ਕੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਬੋਲੇ। ਮਾਤਾ ਭਾਨੀ ਜੀ ਨੂੰ ਜਵਾਬ ਦਿੰਦਿਆਂ ਸਤਿਗੁਰੂ ਜੀ ਕਹਿਣ ਲੱਗੇ, ਮਹਾ ਜਸੇ ਸੁਨ ਭਾਗ ਮਾਨੀ। ਪਾਤਸ਼ਾਹ ਕਹਿੰਦੇ, ਹੈ ਮਹਾ ਜਸ ਨੂੰ ਧਾਰਨ ਕਰਨ ਵਾਲੀ ਭਾਗਾਂ ਵਾਲੀਏ ਸੁਣ, ਤੇਰਾ ਬੜਾ ਵੱਡਾ ਸੁਜਸ ਹੈ, ਤੇਰਾ ਬੜਾ ਵੱਡਾ ਪ੍ਰਤਾਪ ਹੈ, ਤੇਰੀ ਬੜੀ ਵੱਡੀ ਭਾਰੀ ਮਹਿਮਾ ਹੈ। हे ਭਾਗਾਂ ਵਾਲੀਏ ਸੁਣ ਜੋ ਅਸੀਂ ਤੈਨੂੰ ਕਹਿਣ ਲੱਗੇ ਹਾਂ। ਅਪਰਨਾ ਤ੍ਰਿਆ ਕੋ ਤੋਏ ਸਮਾਨੀ। ਇਸ ਮਾਤ ਲੋਕ ਦੀ ਧਰਤੀ ਤੇ ਤਾਂ ਕੀ ਕੁੱਲ ਵਿਸ਼ਵ ਭਰ ਵਿੱਚ ਤੇਰੇ ਵਰਗੀ ਭਾਗਾਂ ਵਾਲੀ ਇਸਤਰੀ ਹੋਰ ਕੋਈ ਨਹੀਂ ਹੋ ਸਕਦੀ। ਗੁਰੂ ਰਾਮਦਾਸ ਜੀ ਮਹਾਰਾਜ ਜੀ ਮਾਤਾ ਭਾਨੀ ਨੂੰ ਕਹਿ ਰਹੇ ਨੇ, ਭਾਨੀ ਤੇਰੇ ਜੈਸੀ ਭਾਗਸ਼ਾਲੀ, ਤੇਰੇ ਜੈਸੀ ਪ੍ਰਤਾਪੀ, ਤੇਰੇ ਜੈਸੀ ਸੁਜਸ ਵਾਲੀ ਇਸਤਰੀ ਵਿਸ਼ਵ ਭਰ ਵਿੱਚ ਸੰਸਾਰ ਵਿੱਚ ਨਹੀਂ ਹੋ ਸਕਦੀ। ਸ਼੍ਰੀ ਗੁਰੂ ਅਮਰਦਾਸ ਪਿਤ ਜਿਸ ਕੇ। ਕਿਉਂਕਿ ਤੇਰੇ ਪਿਤਾ ਨੇ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਤੇਰੇ ਪਿਤਾ ਗੁਰੂ ਨੇ, ਤੇਰੇ ਪਿਤਾ ਦੀਨ ਦੁਨੀਆ ਦੇ ਮਾਲਕ ਨੇ, ਤੇਰੇ ਪਿਤਾ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਭੱਲਿਆਂ ਦੀ ਕੁੱਲ ਦੇ ਸਿਰਮੌਰ
ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਤੇਰੇ ਪਿਤਾ ਹਨ। कौन पटंतर कहिए तिसके। ਉਹਨਾਂ ਦੀ ਬਰਾਬਰੀ ਕੌਣ ਕਰ ਸਕਦਾ ਹੈ? ਉਹਨਾਂ ਦੀ ਉਪਮਾ ਵਿੱਚ ਕੀ ਕਹਿ ਸਕਦੇ ਹਾਂ ਜੋ ਤੁਹਾਡੇ ਪਿਤਾ ਹਨ? पुन तो पर प्रसन्न हम रहे, माने तथा जथा बच ਫਿਰ कहे। ਤੇਰੇ ਪਤੀ ਨੂੰ ਵੀ ਗੁਰਤਾ ਮਿਲੀ ਹੈ, ਭਾਵ ਸਾਡੇ ਤੇ ਗੁਰੂ ਅਮਰਦਾਸ ਜੀ ਨੇ ਕਿਰਪਾ ਕਰਕੇ ਸਾਨੂੰ ਗੁਰਿਆਈ ਦਿੱਤੀ ਹੈ ਔਰ ਅਸੀਂ ਆਪਣੀ ਸਾਰੀ ਜ਼ਿੰਦਗੀ 'ਚ ਤੇਰੇ ਤੇ ਪ੍ਰਸੰਨ ਰਹੇ ਹਾਂ। ਕਦੇ ਵੀ ਤੇਰੇ ਤੇ ਕਰੋਪੀ ਨਹੀਂ ਕੀਤੀ ਅਸੀਂ, ਸਦਾ ਤੇਰੇ ਤੇ ਸਾਡੀ ਪ੍ਰਸੰਨਤਾ ਰਹੀ ਹੈ ਔਰ ਤੁਸੀਂ ਸਦਾ ਸਾਡੀ ਆਗਿਆ ਮੰਨੀ ਹੈ। ਜੋ ਅਸੀਂ ਹੁਕਮ ਕੀਤਾ ਹੈ, ਸਾਡੇ ਹੁਕਮ ਨੂੰ ਤੁਸੀਂ ਸਤ ਬਚਨ ਕਹਿ ਕੇ ਮੰਨਿਆ, ਕਦੇ ਸਾਡੇ ਹੁਕਮ ਨੂੰ ਟਾਲਿਆ ਨਹੀਂ, ਸਤ ਬਚਨ ਕਹਿ ਕੇ ਸਾਡੇ ਹੁਕਮ ਦੀ ਪਾਲਣਾ ਕੀਤੀ ਹੈ। श्री अर्जन पा पुत्र परबीना, सोडी कुल जिन उज्जल कीना। ਹੁਣ ਤੁਹਾਡੇ ਪੁੱਤਰ ਵੀ ਗੁਰੂ ਅਰਜਨ ਦੇਵ ਜੀ ਗੁਰੂ ਨੇ, ਤੁਹਾਡੇ ਪਿਤਾ ਗੁਰੂ, ਤੁਹਾਡੇ ਪਤੀ ਗੁਰੂ, ਤੇ ਹੁਣ ਅੱਗੋਂ ਤੁਹਾਡੇ ਪੁੱਤਰ ਵੀ ਗੁਰੂ ਨੇ, ਗੁਰੂ ਅਰਜਨ ਸਾਹਿਬ, ਜਿਨ੍ਹਾਂ ਨੇ ਸੋਢੀਆਂ ਦੀ ਕੁਲ ਨੂੰ ਉਜਲ ਕਰ ਦਿੱਤਾ ਹੈ, ਜਿਨ੍ਹਾਂ ਨੇ ਸੋਢੀਆਂ ਦੀ ਕੁਲ ਨੂੰ ਭਾਗ ਲਾ ਦਿੱਤੇ ਨੇ, ਸੋਢੀਆਂ ਦੀ ਕੁਲ ਨੂੰ ਉਜਵਲ ਬਣਾ ਕੇ ਪ੍ਰਕਾਸ਼ਿਤ ਕਰ ਦਿੱਤਾ ਹੈ। राखी गुरता केर जिठाई, ਔਰ ਗੁਰਿਆਈ ਦੀ ਜਿਹੜੀ ਜਠਾਈ ਵਡਿਆਈ ਹੈ ਉਹ ਤੁਹਾਡੇ ਪੁੱਤਰ ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਕੋਲ ਰੱਖ ਲਈ ਹੈ। अपर बंस ते राख हटाए। ਹੋਰ ਕਿਸੇ ਬੰਸ ਵਿੱਚ ਨਹੀਂ ਇਹ ਗੁਰਿਆਈ ਜਾਣ ਦਿੱਤੀ, ਬਾਹਰ ਨਹੀਂ ਇਹ ਗੁਰਿਆਈ ਜਾਣ ਦਿੱਤੀ। ਉਹਨਾਂ ਨੇ ਆਪਣੇ ਕੁਲ ਦੇ ਵਿੱਚ, ਆਪਣੀ ਵੰਸ਼ ਦੇ ਵਿੱਚ ਇਹ ਗੁਰਿਆਈ ਰੱਖ ਕੇ ਬੜੀ ਵੱਡੀ ਵਡਿਆਈ ਖੱਟੀ ਹੈ, ਬੜਾ ਵੱਡਾ ਮਾਣ ਖੱਟਿਆ, ਮਾਣ ਪ੍ਰਾਪਤ ਕੀਤਾ ਹੈ। तेरो सफल जन्म जग भयो। ਇਸ ਕਰਕੇ हे ਭਾਨੀ, ਤੇਰਾ ਜਨਮ ਤਾਂ ਇਸ ਜਗਤ ਵਿੱਚ ਸਫਲ ਹੋ ਗਿਆ। ਤੇਰੇ ਵਰਗਾ ਭਾਗਾਂ ਵਾਲਾ ਕੌਣ ਹੋ ਸਕਦਾ ਹੈ, ਜਿਹਦਾ ਪਿਤਾ ਗੁਰੂ, ਜਿਹਦਾ ਪਤੀ ਗੁਰੂ, ਜਿਹਦਾ ਅੱਗੋਂ ਪੁੱਤਰ ਵੀ ਗੁਰੂ। ਤੇਰੇ ਵਰਗਾ ਭਾਗਾਂ ਵਾਲਾ, ਭਾਗਸ਼ਾਲੀ ਹੋਰ ਭਲਾ ਕੌਣ ਹੋ ਸਕਦਾ ਹੈ? करबे उचित सकल कर लियो। ਮਹਾਰਾਜ ਜੀ ਕਹਿੰਦੇ ਜੋ ਕੁਝ ਤੂੰ ਕਰਨਾ ਸੀ ਨਾ ਉਹ ਸਭ ਕੁਝ ਕਰ ਲਿਆ ਹੈ, ਹੁਣ ਤੈਨੂੰ ਕੁਝ ਹੋਰ ਕਰਨਾ ਬਾਕੀ ਨਹੀਂ ਰਿਹਾ। ਜਿਹਦਾ ਪੁੱਤਰ ਗੁਰੂ ਹੈ ਉਹਦੀ ਮਾਂ ਤਾਂ ਆਪੇ ਤਰੇਗੀ ਨਾ, ਜਿਹਦਾ ਪਤੀ ਗੁਰੂ ਹੈ ਉਹ ਵੀ ਆਪੇ ਤਰੇਗਾ, ਉਹ ਇਸਤਰੀ ਆਪੇ ਤਰੇਗੀ। ਇਸ ਕਰਕੇ ਤੂੰ ਜੋ ਕੁਝ ਕਰਨਾ ਸੀ, ਤੇਰੇ ਯੋਗ ਸੀ ਜੋ ਕੁਝ ਕਰਨਾ, ਉਹ ਤੁਸੀਂ ਕਰ ਲਿਆ ਹੈ। कितक देना तव स्वास शरीर। ਹਾਲੇ ਸਮਾਂ ਨਹੀਂ ਹੈ ਕਿ ਤੁਸੀਂ ਸਾਡੇ ਨਾਲ ਬੈਕੁੰਠ ਜਾਓ, ਤੁਸੀਂ ਹਾਲੇ ਸੰਸਾਰ ਵਿੱਚ ਆਪਣੀ ਪਰਾਲਬਧ ਹੋਰ ਭੋਗਣੀ ਹੈ। ਤੁਹਾਡੇ ਕੁਝ ਕੁ ਸਵਾਸ ਹਾਲੇ ਬਾਕੀ ਰਹਿੰਦੇ ਨੇ, ਤੁਹਾਡਾ ਜੀਵਨ ਹਾਲੇ ਸੰਸਾਰ ਵਿੱਚ ਕੁਝ ਕੁ ਬਾਕੀ ਰਹਿੰਦਾ ਹੈ। प्रारब्ध भोगे तर तीर। ਤੁਸੀਂ ਹਾਲੇ ਆਪਣੀ ਪਰਾਲਬਧ ਭੋਗਣੀ ਹੈ। ਪਰਾਲਬਧ ਹਰ ਇੱਕ ਨੂੰ ਭੋਗਣੀ ਪੈਂਦੀ ਹੈ। ਤੁਹਾਡੇ ਸਰੀਰ ਦੀ ਜਿਹੜੀ ਪਰਾਲਬਧ ਤੁਸੀਂ ਲੈ ਕੇ ਆਏ ਹੋ, ਉਹ ਹਾਲੇ ਤੁਸੀਂ ਇਸ ਮਾਤ ਲੋਕ ਦੀ ਧਰਤੀ ਤੇ ਭੋਗਣੀ ਹੈ। ਤੁਸੀਂ ਹਾਲੇ ਹੋਰ ਕੁਝ ਸਵਾਸ ਇਹ ਸੰਸਾਰ ਵਿੱਚ ਰਹਿ ਕੇ ਹੋਰ ਕੁਝ ਦਿਨ ਬਤੀਤ ਕਰਨੇ ਹਨ। पुन सुखैन ही तन को त्याग, आए मिले हम सो बड़ भाग। ਜਦੋਂ ਤੁਹਾਡੀ ਪਰਾਲਬਧ ਪੂਰੀ ਹੋ ਜਾਏਗੀ, ਤੁਹਾਡੇ ਸਵਾਸ ਪੂਰੇ ਹੋ ਜਾਣਗੇ, ਉਸ ਵੇਲੇ ਕੁਝ ਸਮਾਂ ਬਾਅਦ ਤੁਸੀਂ ਬਹੁਤ ਹੀ ਸੁਖੈਨ ਤਰੀਕੇ ਨਾਲ ਆਪਣਾ ਸਰੀਰ ਤਿਆਗ ਕੇ, ਹੇ ਵੱਡਿਆਂ ਭਾਗਾਂ ਵਾਲੇ ਭਾਨੀ ਜੀ, ਤੁਸੀਂ ਸਾਨੂੰ ਆ ਕੇ ਮਿਲ ਜਾਓਗੇ। ਕੁਝ ਸਮੇਂ ਬਾਅਦ ਤੁਸੀਂ ਸਾਡੇ ਕੋਲ ਹੀ ਆਉਣਾ ਹੈ ਔਰ ਸਾਡੇ ਕੋਲ ਹੀ ਆ ਕੇ ਸਾਡੇ ਵਿੱਚ ਅਭੇਦ ਹੋਣਾ ਹੈ। हर शोक हर राग जो द्वेष, अब ते तोए ना हुए अशेष। ਤੁਹਾਡੇ ਮਨ ਤੇ ਜੇ ਇਸ ਗੱਲ ਦੀ ਫਿਕਰ ਹੈ ਵੀ ਹਰਖ ਸ਼ੋਗ ਹੈ, ਰਾਗ ਦਵੇਸ਼ ਹੈ, ਅਸੀਂ ਬਚਨ ਕਰਦੇ ਹਾਂ ਕਿ ਅੱਜ ਤੋਂ ਬਾਅਦ ਤੁਹਾਡੇ ਮਨ 'ਚ ਨਾ ਹਰਖ ਹੋਵੇਗਾ, ਨਾ ਸੋਗ, ਨਾ ਰਾਗ ਤੇ ਨਾ ਹੀ ਦਵੇਸ਼। ਰਾਗ ਦਵੇਸ਼ ਤੋਂ, ਹਰਖ ਸੋਗ ਤੋਂ ਅੱਜ ਤੋਂ ਬਾਅਦ ਤੁਸੀਂ ਨਿਰਾਲਮ ਰਹੋਗੇ। ਅੱਜ ਤੋਂ ਬਾਅਦ ਤੁਸੀਂ ਹਰਖ ਸ਼ੋਗ ਦੇ ਵਿੱਚ ਨਿਰਲੇਪ ਰਹੋਗੇ।
ਰਾਗ ਦ્વੈਸ਼ ਦੇ ਵਿੱਚ ਵੀ ਨਿਰਲੇਪ ਤੇ ਅਲੇਪ ਰਹੋਗੇ। ਹਿਮ ਧੀਰਜ ਦੇ ਕਰ ਸੁਖ ਰਾਸ, ਸੁਖ ਦਾਤੇ ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਮਾਤਾ ਭਾਨੀ ਜੀ ਆਪਣਿਆਂ ਮਹਿਲਾਂ ਨੂੰ ਇਸ ਤਰ੍ਹਾਂ ਧੀਰਜ ਦਿੱਤਾ ਇਹ ਬਚਨ ਕਹਿ ਕੇ, ਦੇਖਿਓ ਦਿਸ਼ ਬੁੱਢੇ ਗੁਰਦਾਸ। ਫਿਰ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਆਪਣੇ ਪਰਮ ਪਿਆਰੇ ਸੇਵਕ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਵੱਲ ਵੇਖਿਆ ਹੈ। ਸ਼੍ਰੀ ਅਰਜਨ ਹਿਤ ਕਹਿ ਸਭੀ ਕੋ, ਬਾਬਾ ਬੁੱਢਾ ਸਾਹਿਬ ਜੀ ਵੱਲ ਵੇਖਿਆ ਔਰ ਗੁਰੂ ਅਰਜਨ ਸਾਹਿਬ ਜੀ ਵਾਸਤੇ ਸਾਰਿਆਂ ਨੂੰ ਕਹਿ ਦਿੱਤਾ ਹੈ, ਬਹੁਰ ਗੁਰੂ ਸੋਢੀ ਕੁਲ ਟੀਕੋ। ਔਰ ਕਹਿ ਦਿੱਤਾ ਹੈ ਕਿ ਅੱਜ ਤੋਂ ਬਾਅਦ ਤੁਹਾਡੇ ਗੁਰੂ ਅਰਜਨ ਸਾਹਿਬ ਨੇ ਮੈਂ ਤੁਹਾਡੀ ਸਰਬੱਤ ਸੰਗਤ ਦੀ ਬਾਹ ਅੱਜ ਤੋਂ ਬਾਅਦ ਗੁਰੂ ਅਰਜਨ ਸਾਹਿਬ ਨੂੰ ਫੜਾਉਂਦਾ, ਇਹ ਤੁਹਾਡੇ ਲੋਕ ਪਰਲੋਕ ਦੇ ਰੱਖਿਅਕ ਹੋਣਗੇ। ਇਹ ਬਚਨ ਸੋਢੀ ਕੁਲ ਟੀਕਾ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਕਹੇ ਨੇ, ਔਰ ਇਹ ਬਚਨ ਕਹਿ ਕਰਕੇ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਜੀ ਰਚਿਓ ਕੁਸ਼ਾਸਨ ਪਰ ਥਿਰ ਹੈ ਕੈ। ਜਿਹੜਾ ਆਸਣ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਰਚਿਆ ਹੋਇਆ ਸੀ, ਸਤਿਗੁਰੂ ਜੀ ਨੇ ਪਹਿਲਾਂ ਹੀ ਆਪਣਾ ਆਸਣ ਲਵਾ ਲਿਆ ਸੀ ਜਿੱਥੇ ਸਰੀਰ ਤਿਆਗਣਾ ਹੈ। ਉਹ ਆਸਣ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਰਚਿਆ ਹੋਇਆ ਸੀ, ਉਸ ਆਸਣ ਤੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਜਾ ਕੇ ਬੈਠੇ ਨੇ। ਪੌਡੇ ਮੁਖ ਕੋ ਛਾਦਨ ਕਹਿ ਕੈ, ਸਤਿਗੁਰੂ ਜੀ ਉਸ ਆਸਣ ਤੇ ਲੇਟ ਗਏ ਨੇ। ਇੱਕ ਚਾਦਰਾ ਜੋ ਪੈਰਾਂ ਤੋਂ ਲੈ ਕੇ ਸੀਸ ਤੱਕ ਲੰਮਾ ਚਾਦਰਾ ਹੈ, ਉਹ ਚਾਦਰਾ ਸਤਿਗੁਰਾਂ ਨੇ ਆਪਣੇ ਸਰੀਰ ਤੇ ਲਿਆ ਔਰ ਆਪਣਾ ਚਿਹਰਾ ਵੀ ਸਤਿਗੁਰੂ ਗੁਰੂ ਰਾਮਦਾਸ ਜੀ ਨੇ ਉਸ ਚਾਦਰੇ ਨਾਲ ਢੱਕ ਲਿਆ। ਜਿਉ ਗੱਜ ਫੂਲ ਮਾਲ ਕੋ ਡਾਰੇ, ਤਿਉ ਤਨ ਤਜ ਬੈਕੁੰਠ ਪਧਾਰੇ। ਔਰ ਕਹਿੰਦੇ ਜਿਵੇਂ ਕੋਈ ਹਾਥੀ ਗਲ ਦੇ ਵਿੱਚ ਉਹਦੇ ਫੁੱਲਾਂ ਦੀ ਮਾੜਾ ਹੋਵੇ ਤੇ ਬਿਲਕੁਲ ਇੱਕੋ ਝਟਕਾ ਮਾਰ ਕੇ ਤੋੜ ਕੇ ਸੱਟ ਦਿੰਦਾ ਹੈ ਤੇ ਉਹਨੂੰ ਕੋਈ ਜ਼ਿਆਦਾ ਸਮਾਂ ਨਹੀਂ ਲੱਗਦਾ। ਇਸੇ ਤਰ੍ਹਾਂ ਜਗਤ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਵੇਖਦਿਆਂ ਸਾਰੇ ਸਿੱਖਾਂ ਦੇ ਲੇਟ ਗਏ, ਸਰੀਰ ਤੇ ਚਾਦਰਾ ਲਿਆ, ਚਿਹਰੇ ਤੇ ਚਾਦਰਾ ਲੈ ਕੇ ਚਿਹਰਾ ਵੀ ਢੱਕ ਲਿਆ ਤੇ ਵੇਖਦਿਆਂ ਸਾਹਿਬ ਨੇ ਆਪਣਾ ਸਰੀਰ ਤਿਆਗ ਦਿੱਤਾ ਹੈ। ਬ੍ਰਹਮ ਰੰਧਰ ਰਾਹੀ ਦਸਵੇਂ ਦੁਆਰ ਰਾਹੀ ਆਪਣੇ ਸਰੀਰ ਦੇ ਸਵਾਸ ਜਗਤ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਬਾਹਰ ਕੱਢੇ ਨੇ ਔਰ ਆਪਣਾ ਪੰਜ ਭੌਤਿਕ ਸਰੀਰ ਤਿਆਗ ਦਿੱਤਾ ਹੈ। ਅਗਰ ਪਰੋਗਮ ਸੁਰ ਸਭ ਆਏ, ਔਰ ਸਰੀਰ ਤਜ ਕੇ ਤਨ ਤਜ ਕੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਉਸੇ ਵਕਤ ਸੱਚਖੰਡ ਨੂੰ ਬੈਕੁੰਠ ਨੂੰ ਚੱਲ ਪਏ ਨੇ। ਉਧਰ ਆਕਾਸ਼ ਦੇ ਵਿੱਚ ਅੱਗੇ ਸਤਿਗੁਰਾਂ ਦਾ ਆਗਮਨ ਕਰਨ ਵਾਸਤੇ, ਮਹਾਰਾਜ ਜੀ ਨੂੰ ਜਿਉ ਆਇਆ ਕਰਨ ਵਾਸਤੇ ਦੇਵਤੇ ਉਤਰੇ ਹੋਏ ਨੇ। ਇੰਦਰ ਆਇਆ ਜਿਹਨੇ ਆ ਕੇ ਸਤਿਗੁਰੂ ਜੀ ਨੂੰ ਸਭ ਤੋਂ ਪਹਿਲਾਂ ਅੱਗੇ ਆ ਕੇ ਨਮਸਕਾਰ ਕੀਤੀ ਹੈ। ਸਭ ਦੇਵਤੇ ਅੱਗੇ ਚੱਲ ਕੇ ਆਏ ਹਨ। ਬ੍ਰਹਮਾ ਨਾਰਦ ਸ਼ੰਭੂ ਸੁਆਏ, ਬ੍ਰਹਮਾ ਜੀ ਆਏ ਨੇ, ਉਹਨਾਂ ਨੇ ਵੀ ਆ ਕੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਹੈ। ਵਿਸ਼ਨੂੰ ਜੀ ਆਏ ਨੇ, ਉਹਨਾਂ ਗੁਰੂ ਸਾਹਿਬ ਦੀ ਉਪਮਾ ਕੀਤੀ ਹੈ। ਸ਼ੰਭੂ ਜੀ ਸ਼ਿਵ ਜੀ ਮਹਾਰਾਜ ਆਪਣੇ ਬੈਲ ਤੇ ਸਵਾਰ ਹੋਏ ਆਪਣਿਆਂ ਗਣਾਂ ਸਮੇਤ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਅੱਗੇ ਆ ਕੇ ਹਾਜ਼ਰ ਹੋਏ ਨੇ। ਭਇਓ ਪ੍ਰਕਾਸ਼ ਆਕਾਸ਼ ਵਿਸਾਲਾ, ਇੱਕਦਮ ਸਾਰੇ ਆਕਾਸ਼ ਵਿੱਚ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ। ਜਦੋਂ ਸਤਿਗੁਰੂ ਜੀ ਨੇ ਸਰੀਰ ਤਿਆਗ ਕੇ ਸੱਚਖੰਡ ਨੂੰ ਜਾਣਾ ਕੀਤਾ ਤੇ ਆਕਾਸ਼ ਵਿੱਚ ਸਾਰੇ ਦੇਵੀ ਦੇਵਤੇ ਉਤਰੇ ਹੋਏ ਬਿਬਾਨਾਂ ਤੇ ਸਭ ਪਾਸੇ ਪ੍ਰਕਾਸ਼ ਹੀ ਪ੍ਰਕਾਸ਼, ਰੋਸ਼ਨੀ ਨਜ਼ਰ ਆਉਂਦੀ ਹੈ। ਉਹ ਬਿਮਾਨ ਦੀਪਤ ਮਣੀ ਮਾਲਾ, ਬੜੀ ਸੋਹਣੀ ਮਹਾਰਾਜ ਜੀ ਦੇ ਬਿਬਾਨ ਦੀ ਆਭਾ ਹੈ। ਇਹੋ ਜਿਹਾ ਸੁੰਦਰ ਬਿਬਾਨ ਸਤਿਗੁਰਾਂ ਵਾਸਤੇ ਆਇਆ ਜਿਹਦੇ ਚ ਬੜੀਆਂ ਸੁੰਦਰ ਮਣੀਆਂ ਲੱਗੀਆਂ ਹੋਈਆਂ ਨੇ, ਜਿਹਦੇ ਚ ਬੜੇ ਸੋਹਣੇ ਕੀਮਤੀ ਨਗ ਹੀਰੇ ਜੜੇ ਹੋਏ ਨੇ। ਧਨਦ ਵਰਣ ਸਭ ਲੋਕਨ ਪਾਲਕ, ਕੁਬੇਰ ਦੇਵਤਾ, ਵਰਣ ਦੇਵਤਾ, ਅਗਨ ਦੇਵਤਾ, ਜਿਹੜੇ ਦਿਸ਼ਾ ਪਾਲਕ ਆਦਿਕ ਲੋਕ ਦੇ ਪਾਲ ਦੇਵਤੇ ਹਨ। ਦੇਵ ਅਨਿਕ ਆਏ ਤਤਕਾਲਕ, ਸਾਰੇ ਆਏ ਨੇ, ਸਭ ਆਏ ਨੇ ਗੁਰੂ ਰਾਮਦਾਸ ਜੀ ਨੂੰ ਜਿਉ ਆਇਆ ਕਰਨ ਵਾਸਤੇ, ਮਹਾਰਾਜ ਜੀ ਦਾ ਸਵਾਗਤ ਕਰਨ ਵਾਸਤੇ। ਆਗਮਨ ਜਾਣ ਕੇ ਬੜੇ ਚਾਉ ਨਾਲ ਕੇ ਸਤਿਗੁਰੂ ਜੀ ਬੈਕੁੰਠ ਚੱਲੇ ਨੇ ਤੇ ਦੇਵਪੁਰੀਆਂ ਦੇ ਕੋਲੋਂ ਸਤਿਗੁਰਾਂ ਦਾ ਵਿਵਾਨ ਚੱਲ ਕੇ ਜਾਣਾ। ਇਸ ਕਰਕੇ ਸਾਰੇ ਦੇਵਤੇ
ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਦੇ ਸਤਿਕਾਰ ਨੂੰ, ਸਤਿਗੁਰਾਂ ਦੇ ਅਦਬ ਨੂੰ ਮੁੱਖ ਰੱਖਦਿਆਂ ਆਏ ਹੋਏ ਨੇ। जय जय शब्द सुरन मैं हुआ। ਸਭ ਦੇਵਤੇ ਰਸਨਾ ਤੋਂ ਜੈ ਜੈਕਾਰ ਕਰ ਰਹੇ ਨੇ। ਸਭ ਦੀ ਰਸਨਾ ਤੇ ਜੈ ਜੈਕਾਰ ਦਾ ਨਾਦ ਹੈ। ਸਭ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੀ ਜੈ ਜੈਕਾਰ ਕਰ ਰਹੇ ਨੇ। करत कुलाहल मंगल जुआ। ਬੜੇ ਕੁਲਾਹਲ ਕਰ ਰਹੇ ਨੇ, ਬੜੇ ਮੰਗਲ ਹੋ ਰਹੇ ਨੇ, ਖੁਸ਼ੀਆਂ ਮਨਾ ਰਹੇ ਨੇ ਦੇਵਤੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਦਰਸ਼ਨ ਕਰ ਕਰਕੇ। उत्सव करें अनेक प्रकार, पर पर फूलन अंजल डार। ਅनेਕ ਪ੍ਰਕਾਰ ਦੇ ਉਤਸਵ ਕਰਦੇ ਨੇ, ਅਨੇਕ ਪ੍ਰਕਾਰ ਨਾਲ ਉਤਸਵ ਕਰਦਿਆਂ ਫੁੱਲਾਂ ਦੀਆਂ ਬੁੱਕਾਂ ਭਰ ਭਰ ਕੇ ਲਿਆਏ ਨੇ। ਦੇਵ ਲੋਕ ਚੋਂ, ਸਵਰਗ ਵਿੱਚੋਂ ਫੁੱਲ ਲਿਆਏ ਨੇ ਤੇ ਕਲਪ ਬ੍ਰਿਛ ਦੇ ਨਾਲ ਲੱਗੇ ਹੋਏ ਜਿਹੜੇ ਫੁੱਲ ਨੇ ਉਹ ਫੁੱਲ ਤੋੜ ਤੋੜ ਕੇ ਲਿਆਏ ਨੇ ਤੇ ਬੁੱਕਾਂ ਭਰ ਭਰ ਕੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਉੱਤੇ ਫੁੱਲਾਂ ਦੀ ਵਰਖਾ ਕਰਦੇ ਨੇ। ਉਸ ਸਮੇਂ ਦੇ ਦ੍ਰਿਸ਼ ਨੂੰ ਗੁਰੂ ਕਲਗੀਧਰ ਪਾਤਸ਼ਾਹ ਸ੍ਰੀ ਦਸਮ ਗ੍ਰੰਥ ਸਾਹਿਬ ਅੰਦਰ ਇਸ ਤਰ੍ਹਾਂ ਵਰਣਨ ਕਰਦਿਆਂ ਕਹਿੰਦੇ ਨੇ, ਸੰਖਨ ਕੀ ਧੁਨ ਕੰਟਨ ਕੀ ਕਰ ਫੂਲਨ ਕੀ ਬਰਖਾ ਬਰਖਾਵੇਂ, ਆਰਤੀ ਕੋਟ ਕਰੈ ਸੁਰ ਸੁੰਦਰ, ਪੇਖ ਪੁਰੰਦਰ ਕੇ ਬਲ ਜਾਵੇਂ, ਦਾਨਤ ਦਛਨ ਦੈ ਕੈ ਪ੍ਰਦਛਨ। ਪ੍ਰਦਛਨ ਕਹਿੰਦੇ ਨੇ ਪਰਕਰਮਾ ਨੂੰ। ਪਰਕਰਮਾ ਕਰਦੇ ਮਹਾਰਾਜ ਜੀ ਦੇ ਚਰਨਾਂ 'ਚ ਫੁੱਲ ਭੇਟ ਕਰਕੇ ਆਲੇ ਦੁਆਲੇ। ਦਾਨਤ ਦਛਨ ਦੈ ਕੈ ਪ੍ਰਦਛਨ, ਪਾਲ ਮੈਂ ਕੁੰਕਮ ਅਛਤ ਲਾਵੇਂ। ਮਸਤਕ ਤੇ ਸਤਿਗੁਰਾਂ ਦੇ ਕੁੰਕਮ ਲਗਾਉਂਦੇ ਨੇ। ਪਾਲ ਮੈਂ ਕੁੰਕਮ ਅਛਤ ਲਾਵੇਂ, ਹੋਤ ਕੁਲਾਹਲ ਦੇਵਪੁਰੀ, ਮਿਲ ਦੇਵਨ ਕੇ ਕੁਲ ਮੰਗਲ ਗਾਵੇਂ। ਬੜੇ ਮੰਗਲ ਗਾ ਰਹੇ ਨੇ ਦੇਵਤੇ ਖੁਸ਼ੀਆਂ ਦੇ ਵਿੱਚ ਆ ਕੇ। ਮਹਾਰਾਜ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜੈ ਜੈਕਾਰ ਦਾ ਨਾਦ ਬੁਲੰਦ ਕਰ ਰਹੇ ਨੇ। जै कै कै वो सुगंध विस्तारे। ਕਿੱਥੇ ਸੁਗੰਧੀ ਦਾ ਵਿਸਥਾਰ ਹੋ ਰਿਹਾ ਹੈ, ਸੁਗੰਧੀ ਵਾਲੀਆਂ ਵਸਤੂਆਂ ਦਾ ਚਰਚਣ ਹੋ ਰਿਹਾ ਹੈ। इसमें भैर नर नारी। ਵੇਖ ਵੇਖ ਕੇ ਨਰ ਨਾਰੀਆਂ ਮਾਤ ਲੋਕ ਵਿੱਚ ਹੈਰਾਨ ਹੋ ਰਹੇ ਨੇ, ਇਹ ਸੁਗੰਧੀ ਕਿੱਥੋਂ ਆ ਰਹੀ ਹੈ। ਅਚਾਨਕ ਇਹ ਸੁਗੰਧੀ ਨਾਲ ਸਾਰਾ ਵਾਤਾਵਰਣ ਭਰ ਗਿਆ ਹੈ। ਇਹ ਸੁਗੰਧੀ ਹਵਾ ਵਿੱਚ ਆ ਕੇ ਮਿਲ ਗਈ ਹੈ। ਇਹ ਸੁਗੰਧੀ ਅਚਾਨਕ ਕਿੱਥੋਂ ਆ ਰਹੀ ਹੈ। बापी पास नरन समुदाय, संगत सुन आई उमड़ाए। ਜੀ ਇੱਧਰ ਬਾਪੀ ਕਹਿੰਦੇ ਨੇ ਬੌਲੀ ਸਾਹਿਬ ਦੇ ਕੋਲ ਦੀਵਾਨ ਲੱਗਾ। ਬੌਲੀ ਸਾਹਿਬ ਦੇ ਕੋਲ ਬਹੁਤ ਸਾਰੀਆਂ ਸੰਗਤਾਂ ਚੱਲ ਕੇ ਆਣ ਕੇ ਇਕੱਤਰ ਹੋ ਗਈਆਂ। ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਸਤਿਗੁਰੂ ਗੁਰੂ ਰਾਮਦਾਸ ਜੀ ਨੇ ਬੈਕੁੰਠ ਪਿਆਨਾ ਕਰ ਦਿੱਤਾ ਹੈ, ਉਸ ਵੇਲੇ ਬਹੁਤ ਸਾਰੀ ਸੰਗਤ ਸਿੱਖ ਬੌਲੀ ਸਾਹਿਬ ਦੇ ਨੇੜੇ ਆ ਇਕੱਤਰ ਹੋਈ ਹੈ। धन गुरु गत जाए न जानी, तन सुछंद त्यागी गुण खानी। ਸਭ ਕਹਿੰਦੇ ਨੇ ਗੁਰੂ ਸਾਹਿਬ ਧੰਨ ਹਨ, ਜਿਨ੍ਹਾਂ ਦੀ ਗਤ ਜਾਣੀ ਨਹੀਂ ਜਾਂਦੀ, ਜਿਨ੍ਹਾਂ ਨੇ ਬੜੇ ਸੁਛੰਦ ਆਪਣੀ ਇੱਛਾ ਅਨੁਸਾਰ ਆਪਣਾ ਤਨ ਤਿਆਗ ਦਿੱਤਾ ਹੈ। ਹਾਹਾਕਾਰ ਸਬਨ ਮੈਂ ਹੋਵਾ। ਇਧਰ ਸਾਰੇ ਸਿੱਖਾਂ ਵਿੱਚ ਹਾਹਾਕਾਰ ਮਚੀ ਹੋਈ ਹੈ। ਸਭ ਸਿੱਖ ਹਾਹਾਕਾਰ ਕਰਕੇ ਵੈਰਾਗਮਈ ਹੋ ਰਹੇ ਨੇ। ਪ੍ਰੇਮੀ ਸਿੱਖਨ ਕੋ ਗਨ ਰੋਵਾ। ਬਹੁਤ ਸਾਰੇ ਪ੍ਰੇਮੀ ਸਿੱਖ ਜਿਨ੍ਹਾਂ ਦਾ ਗੁਰੂ ਰਾਮਦਾਸ ਸਾਹਿਬ ਨਾਲ ਬਹੁਤ ਪਿਆਰ ਸੀ, ਉਸ ਪਿਆਰ ਦੇ ਵੈਰਾਗ ਵਿੱਚ ਕਈਆਂ ਦੇ ਨੇਤਰ ਸਜਲ ਹੋਏ ਹੋਏ, ਕਈਆਂ ਦੀਆਂ ਅੱਖਾਂ ਭਰੀਆਂ ਹੋਈਆਂ। ਗੁਰੂ ਰਾਮਦਾਸ ਸਾਹਿਬ ਜੀ ਦੇ ਪਿਆਰ ਵਿੱਚ ਵੈਰਾਗ 'ਚ ਨੇਤਰ ਭਰੇ ਹੋਏ ਨੇ। ਸਿਮਰ ਸਿਮਰ ਗੁਰ ਕੋ ਉਪਦੇਸ਼, ਮਮ ਪਾਛੇ ਹੋਏ ਸ਼ੋਕ ਨਾ ਲੇਸ਼। ਪਰ ਕੀ ਕਰਨ ਗੁਰੂ ਅਮਰ ਰਾਮਦਾਸ ਸਾਹਿਬ ਜੀ ਦਾ ਉਪਦੇਸ਼ ਯਾਦ ਕਰ ਕਰਕੇ ਕਿ ਸਤਿਗੁਰਾਂ ਨੇ ਉਪਦੇਸ਼ ਦਿੱਤਾ ਵੀ ਸਾਡੇ ਪਿੱਛੋਂ ਕਿਸੇ ਨੇ ਸ਼ੋਕ ਨਹੀਂ ਮਨਾਉਣਾ, ਸਾਡੇ ਪਿੱਛੋਂ ਕਿਸੇ ਨੇ ਸ਼ੋਕ ਨਹੀਂ ਕਰਨਾ। ਇਸ ਕਰਕੇ ਕਈ ਗੁਰਸਿੱਖ ਮਨ 'ਚ ਧਰਵਾਸ ਰੱਖਦੇ ਨੇ, ਨਹੀਂ ਤਾਂ ਵੈਰਾਗ ਵਿੱਚ ਆ ਕੇ ਨੇਤਰ ਭਰ ਰਹੇ ਨੇ। ਪਠਨ ਕੀਰਤਨ ਸ਼੍ਰੀ ਸਤਨਾਮ, ਕਰੋ ਭਜਨ ਮਿਲ ਕੇ ਨਰ ਗ੍ਰਾਮ। ਗੁਰੂ ਰਾਮਦਾਸ ਜੀ ਦਾ ਹੁਕਮ ਸੀ ਕਿ ਸਾਡੇ ਪਿੱਛੋਂ ਕਿਸੇ ਲੇਸ਼ ਮਾਤਰ ਸ਼ੋਕ ਨਹੀਂ ਕਰਨਾ, ਕੀਰਤਨ ਕਰਨਾ ਹੈ ਔਰ ਸੱਚੇ ਨਾਮ ਦਾ ਭਜਨ ਕਰਨਾ। ਸਾਰਿਆਂ ਨੇ ਮਿਲ ਕੇ ਇਕੱਤਰ ਹੋ ਕੇ
ਸਾਰੇ ਗ੍ਰਾਮ ਦੇ ਨਰਾਂ ਨੇ ਸਾਰਿਆਂ ਨੇ ਇਕੱਠਿਆਂ ਹੋ ਕੇ ਨਾਮ ਜਪਣਾ ਤੇ ਕੀਰਤਨ ਕਰਨਾ ਹੈ। ਸਿਆਣੇ ਸਿੱਖ ਬਰਜੈ ਕੈ ਬਾਨੀ ਗਿਰਾ ਗੁਰੂ ਕੀ ਕਰੈ ਬਖਾਨੇ। ਕਈ ਸਿੱਖ ਜੇ ਵਿਰਾਗ ਨਾਲ ਰੋਣ ਲੱਗੇ ਤੇ ਜਿਹੜੇ ਸਿਆਣੇ ਸਿਆਣੇ ਸਿੱਖ ਸੀ ਉਹ ਵਰਜਦੇ ਨੇ, ਉਹ ਕਹਿੰਦੇ ਨਾ ਭਾਈ ਰੋਵੋ ਨਾ, ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦਾ ਹੁਕਮ ਹੈ ਕਿਸੇ ਨੇ ਵਿਰਾਗ ਨਹੀਂ ਕਰਨਾ, ਕਿਸੇ ਸਾਡੇ ਪਿੱਛੋਂ ਸ਼ੋਕ ਨਹੀਂ ਮਨਾਉਣਾ। ਤਰੀ ਧੀਰ ਪਾਨੀ ਨੈ ਰੋਏ ਬੈਠੀ ਪਤੀ ਤੁਮੀ ਪੀਓਏ। ਮਾਤਾ ਭਾਨੀ ਜੀ ਬੜਾ ਵੱਡਾ ਧੀਰਜ ਧਾਰ ਕੇ ਆਪਣੇ ਪਤੀ ਜੀ ਦੇ ਸਰੀਰ ਦੇ ਕੋਲ ਬੈਠੇ ਨੇ। ਜਿੱਥੇ ਗੁਰੂ ਰਾਮਦਾਸ ਸਾਹਿਬ ਦਾ ਸਰੀਰ ਹੈ, ਸਤਿਗੁਰਾਂ ਦੇ ਸਰੀਰ ਦੇ ਕੋਲ ਮਾਤਾ ਭਾਨੀ ਜੀ ਬੜੇ ਮਹਾਨ ਧੀਰਜ ਨੂੰ ਧਾਰਨ ਕਰਕੇ ਬੈਠੇ ਹੋਏ ਨੇ। ਮਾਤਾ ਭਾਨੀ ਨਹੀਂ ਰੋਈ। ਨਿਕਟ ਹੋਤੋ ਇੱਕ ਦਿਸ਼ ਜੁਗ ਭਰਾਤਾ। ਨੇੜੇ ਹੀ ਇੱਕ ਪਾਸੇ ਦੋਵੇਂ ਭਰਾ ਬਾਬਾ ਮੋਹਣ ਤੇ ਬਾਬਾ ਮੋਹਰੀ ਜੀ ਬੈਠੇ ਸਨ। ਦਿਸ਼ ਦੂਸਰ ਸ਼੍ਰੀ ਅਰਜਨ ਤਾਤਾ। ਤੇ ਦੂਜੇ ਪਾਸੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬੈਠੇ ਨੇ। ਤੂਸ਼ਨ ਠਾਨ ਰੇ ਬਿਸਮਾਏ ਉਠ ਬੁੱਢੇ ਤਬ ਬਾਕ ਅਲਾਏ। ਸਭ ਚੁੱਪਚਾਪ ਬੈਠੇ ਹੋਏ ਹੈਰਾਨੀ ਨਾਲ ਵੇਖ ਰਹੇ ਨੇ ਹੋ ਕੀ ਗਿਆ। ਅਚਨਚੇਤ ਅਚਾਨਕ ਹੀ ਗੁਰੂ ਸਾਹਿਬ ਜੀ ਇਹ ਕੀ ਖੇਡ ਵਰਤਾ ਗਏ ਨੇ। ਸਭ ਬੈਠੇ ਹੈਰਾਨੀ ਨਾਲ ਵੇਖ ਰਹੇ, ਚੁੱਪ ਬੈਠੇ ਸਨ। ਇੰਨੇ ਨੂੰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਜੋ ਬੜੇ ਸਿਆਣੇ ਸਿੱਖ ਨੇ, ਪੰਥ ਵਿੱਚ ਜਿਨ੍ਹਾਂ ਦਾ ਬੜਾ ਸਤਿਕਾਰ ਹੈ, ਆਦਰ ਹੈ, ਤੇ ਜਿਨ੍ਹਾਂ ਨੂੰ ਖੁਦ ਗੁਰੂ ਸਾਹਿਬ ਜੀ ਬੜਾ ਸਤਿਕਾਰ ਦਿੰਦੇ ਨੇ, ਬਾਬਾ ਬੁੱਢਾ ਸਾਹਿਬ ਜੀ ਉਸ ਵੇਲੇ ਉੱਠੇ ਹਨ। ਬੈਠਨ ਕਿਉਂ ਬਨ ਹੈ ਇਸ ਕਾਲਾ। ਬਾਬਾ ਬੁੱਢਾ ਸਾਹਿਬ ਜੀ ਉੱਠੇ ਤੇ ਬੋਲੇ, ਕਹਿਣ ਲੱਗੇ ਭਾਈ ਸਿੱਖੋ ਹੁਣ ਇਸ ਸਮੇਂ ਕਿਉਂ ਬੈਠੇ ਹੋ। ਹੋਏ ਉਚਿਤ ਕ੍ਰਿਤ ਕਰੋ ਵਿਸਾਲਾ। ਹੁਣ ਉਹ ਕੰਮ ਕਰਨਾ ਚਾਹੀਦਾ ਜੋ ਸਾਡੇ ਵਾਸਤੇ ਉਚਿਤ ਹੈ। ਹੁਤੋ ਦਰਸ ਗੁਰ ਪਾਛਲ ਸਮੇਂ ਪਿਖੇ ਸੁਨੇ ਕਰ ਲੀਨਸ ਨਮੋ। ਹੁਣ ਪਿਛਲੇ ਸਮੇਂ ਦੇ ਗੁਰੂ ਸਾਹਿਬ ਦੇ ਦਰਸ਼ਨ ਸਨ, ਆਪਾਂ ਸਾਰਿਆਂ ਨੇ ਦਰਸ਼ਨ ਕੀਤੇ ਨੇ, ਉਹਨਾਂ ਦੇ ਬਚਨ ਸੁਣੇ ਨੇ, ਵੇਖੇ ਨੇ, ਸਭ ਨੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰ ਲਈ ਹੈ। ਅਬ ਇਨਕੇ ਤਨ ਕੋ ਸੰਸਕਾਰ ਕਰੈ ਹੋਏ ਸ਼੍ਰੀ ਅਰਜਨ ਤਿਆਰ। ਤੇ ਹੁਣ ਤਿਆਰੀ ਕਰੋ ਕਿ ਆਪਾਂ ਗੁਰੂ ਰਾਮਦਾਸ ਸਾਹਿਬ ਜੀ ਦੇ ਸਰੀਰ ਦਾ ਅੰਤਮ ਸੰਸਕਾਰ ਕਰੀਏ। ਹੁਣ ਇਸ ਤਰ੍ਹਾਂ ਬੈਠਿਆਂ ਗੱਲ ਨਹੀਂ ਬਣਦੀ, ਆਪਾਂ ਸਾਰੀ ਮਰਿਆਦਾ ਜਿਹੜੀ ਗੁਰੂ ਘਰ ਦੀ ਪੂਰੀ ਕਰੀਏ। ਗੁਰੂ ਅਰਜਨ ਸਾਹਿਬ ਜੀ ਆਪ ਉੱਠ ਕੇ ਤਿਆਰੀ ਕਰਨ ਤੇ ਆਪਾਂ ਗੁਰੂ ਰਾਮਦਾਸ ਸਾਹਿਬ ਜੀ ਦੇ ਸਰੀਰ ਦੇ ਅੰਤਮ ਸੰਸਕਾਰ ਦੀ ਤਿਆਰੀ ਕਰੀਏ। ਸਕਲ ਵਸਤ ਕੋ ਕਰੋ ਸਕੀਲਾ। ਜੋ ਸੰਸਕਾਰ ਵਾਸਤੇ ਵਸਤੂਆਂ ਚਾਹੀਦੀਆਂ ਨੇ ਉਹ ਵਸਤੂਆਂ ਸਾਰੀਆਂ ਇਕੱਠੀਆਂ ਕਰੋ। ਸਗਰੇ ਸਿੱਖ ਸੰਗਤ ਕਰ ਮੇਲਾ। ਸਾਰੀ ਸੰਗਤ ਮਿਲ ਕੇ ਇਕੱਠੇ ਹੋ ਕੇ ਸਾਰੀ ਸੇਵਾ ਕਰੋ। ਉਹ ਕੰਚਨ ਕੇ ਕੁਸਮ ਕਰਾਵੋ। ਕਹਿੰਦੇ ਸੋਨੇ ਦੇ ਫੁੱਲ ਬਣਾਓ ਗੁਰੂ ਰਾਮਦਾਸ ਜੀ ਵਾਸਤੇ। ਸੋਨੇ ਦੇ ਫੁੱਲ ਬਣਾ ਕੇ ਲਿਆਓ ਮਹਾਰਾਜ ਜੀ ਦੇ ਬਿਬਾਨ ਵਾਸਤੇ। ਚੰਦਨ ਕ੍ਰਿਤ ਅਨਾਵੋ। ਔਰ ਚੰਦਨ ਘਿਓ ਜੋ ਇਹ ਵਸਤੂਆਂ ਹਨ ਇਹ ਵੀ ਮੰਗਾ ਲਵੋ। ਬਹੁ ਤਨ ਸੰਗ ਬਿਮਾਨ ਬਣਾਵੋ। ਸਤਿਗੁਰਾਂ ਦਾ ਬਿਬਾਨ ਇੰਨਾ ਸੋਹਣਾ ਹੋਵੇ ਕਿ ਮਾਇਆ ਖੁੱਲੀ ਖਰਚ ਦਿਓ। ਗੁਰੂ ਸਾਹਿਬ ਵਾਸਤੇ ਸਰੀਰ ਦੀ ਜਿਹੜੀ ਅੰਤਮ ਯਾਤਰਾ ਕਰਨੀ ਹੈ ਉਹ ਬੜੇ ਸੋਹਣੇ ਬਿਬਾਨ ਵਿੱਚ ਹੋਣੀ ਚਾਹੀਦੀ। ਇਸ ਕਰਕੇ ਸੁੰਦਰ ਬਿਬਾਨ ਤਿਆਰ ਕਰਵਾਓ। ਪਸ਼ਮੰਬਰ ਬੋ ਮੂਲ ਲਿਆਵੋ। ਬੜੇ ਸੋਹਣੇ ਪਸ਼ਮੰਬਰ ਦੇ ਕੀਮਤੀ ਬਸਤਰ ਲੈ ਕੇ ਆਓ ਸਤਿਗੁਰਾਂ ਦੇ ਬਿਬਾਨ ਵਾਸਤੇ। ਕਾਸ਼ਟ ਸੰਚੈ ਨਰ ਲੈ ਜਾਵੋ। ਸੇਵਕ ਜਾਓ ਉੱਠ ਕੇ ਭੱਜ ਕੇ ਤਿਆਰੀ ਕਰੋ। ਚੰਦਨ ਦੀਆਂ ਲੱਕੜਾਂ ਇਕੱਠੀਆਂ ਕਰਕੇ ਚਿਖਾ ਤਿਆਰ ਕਰੋ। ਹੀਰ ਬਿਪਾਸਾ ਪਾਸ ਪੁਚਾਵੋ। ਬਿਆਸ ਦਰਿਆ ਦੇ ਕੰਢੇ ਦੇ ਉੱਤੇ ਚੱਲ ਕੇ ਸਾਰੀ ਤਿਆਰੀ ਆਪਾਂ ਕਰਨੀ ਹੈ। ਐ ਸ਼੍ਰੀ ਅਮਰਦਾਸ ਕੋ ਮੰਦਰ ਸਭ ਕੋ ਰੁਚੈ ਸੋ ਬਲ ਹੈ ਥਲ ਹੈ ਸੁੰਦਰ। ਜਿੱਥੇ ਗੁਰੂ ਅਮਰਦਾਸ ਸਾਹਿਬ ਜੀ ਦਾ ਮੰਦਿਰ, ਜਿੱਥੇ ਗੁਰੂ ਅਮਰਦਾਸ ਸਾਹਿਬ ਦੇ ਸਰੀਰ ਦਾ ਅੰਤਮ ਸੰਸਕਾਰ ਕੀਤਾ ਗਿਆ, ਬਿਲਕੁਲ ਉੱਥੇ ਨਾਲ ਹੀ ਗੁਰੂ ਰਾਮਦਾਸ ਸਾਹਿਬ ਜੀ ਦੇ ਸਰੀਰ ਦੇ ਅੰਤਮ ਸੰਸਕਾਰ ਦੀ ਤਿਆਰੀ ਕਰੋ। ਉਸੇ ਜਗ੍ਹਾ ਤੇ ਸੰਸਕਾਰ ਕਰਨ ਦੀ ਮਰਿਆਦਾ ਕਰੋ। ਹੁਣ ਬਿਰਧ ਤੇ ਉੱਠ ਕਰ ਤਤਕਾਲਾ ਤੁਰਤ ਮੋਹਰੀ ਲੈ ਨਰ ਜਾਲਾ। ਇਹ ਸੁਣ ਕੇ ਬਾਬਾ ਬੁੱਢਾ ਸਾਹਿਬ ਜੀ ਕੋਲੋਂ ਉੱਠ ਕੇ ਸਾਰੇ ਸਿੱਖ ਬਾਬਾ ਮੋਹਰੀ ਜੀ
ਹੋਰ ਜਿੰਨੇ ਗੁਰਸਿੱਖ ਸੀ ਸੇਵਾ ਕਰਨ ਵਾਲੇ ਸਾਰੇ ਬੜੀ ਛੇਤੀ ਨਾਲ ਕਾਹਲੀ ਨਾਲ ਉੱਠੇ ਹਨ। ਇੱਕ ਇੱਕ ਸੇਵਾ ਪਰ ਨਰਗਨ ਕੋ ਕਰੇ ਖਰੇ ਕਹਿ ਸਭਿਅਨ ਕੋ। ਇੱਕ ਇੱਕ ਸੇਵਾ ਤੇ ਬਹੁਤ ਸਾਰੇ ਸੇਵਕ ਲੱਗੇ। ਕੋਈ ਚੰਦਨ ਦੀ ਲੱਕੜ ਲੈਣ ਨੂੰ ਚਲੇ ਗਏ, ਕੁਝ ਘਿਓ ਲੈਣ ਵਾਸਤੇ, ਕੋਈ ਹੋਰ ਵਸਤੂਆਂ ਜਿਹੜੀ ਸਮੱਗਰੀ ਚਾਹੀਦੀ ਸੀ, ਕੋਈ ਵਿਬਾਨ ਤਿਆਰ ਕਰਨ ਵਾਸਤੇ, ਕੋਈ ਸੋਨੇ ਦੇ ਫੁੱਲ ਬਣਾਉਣ ਵਾਸਤੇ ਕਿ ਵਿਬਾਨ ਤੇ ਲਾਉਣੇ ਨੇ। ਇਸ ਢੰਗ ਦੇ ਨਾਲ ਮਹਾਰਾਜ ਜੀ ਦੀ ਸਾਰੀ ਤਿਆਰੀ ਕਰ ਰਹੇ ਨੇ। ਆਪ ਆਏ ਬਿਰਦ ਕੇ ਸੰਗ ਮਿਲ ਕੇ ਹੀ ਅਰਜਨ ਕੇ ਸੰਗ ਸੁਰਲ ਕੇ। ਖੁਦ ਬਾਬਾ ਬੁੱਢਾ ਸਾਹਿਬ ਜੀ ਆਪ ਵਿੱਚ ਕਹਿ ਕੇ ਗੁਰੂ ਅਰਜਨ ਸਾਹਿਬ ਜੀ ਵੀ ਨਾਲ ਹੋ ਕੇ ਬਾਬਾ ਬੁੱਢਾ ਸਾਹਿਬ ਜੀ ਦੇ ਇਹ ਸਾਰੀਆਂ ਸੇਵਾਵਾਂ ਸਿੱਖਾਂ ਨੂੰ ਕਹਿ ਕੇ ਕਰਵਾ ਰਹੇ ਨੇ। ਤਦ ਸੋ ਸ਼ਮਸੋ ਕੇਸ ਪਖਾਰੇ। ਇਤਨੇ ਨੂੰ ਸਿੱਖ ਆ ਗਏ। ਜਦੋਂ ਤਿਆਰੀ ਉਧਰ ਹੋਣ ਲੱਗ ਪਈ ਸਾਰੀ, ਇਧਰ ਗੁਰੂ ਰਾਮਦਾਸ ਸਾਹਿਬ ਜੀ ਦੇ ਸਰੀਰ ਦਾ ਇਸ਼ਨਾਨ ਕਰਾਉਣ ਲੱਗੇ। ਪਹਿਲਾਂ ਮਹਾਰਾਜ ਜੀ ਦੇ ਦਹੀਂ ਨਾਲ ਸਿਰ ਦੇ ਕੇਸ ਧੋਏ ਨੇ। ਧੰਨ ਗੁਰੂ ਰਾਮਦਾਸ ਸਾਹਿਬ ਦੇ ਸਰੀਰ ਦੇ ਦਾੜੇ ਦੇ, ਮਹਾਰਾਜ ਜੀ ਦਾ ਦਾੜਾ ਬੜਾ ਲੰਬਾ ਸੀ ਗੁਰੂ ਰਾਮਦਾਸ ਸਾਹਿਬ ਦਾ, ਤੇ ਦਹੀਂ ਨਾਲ ਦਾੜਾ ਧੋਇਆ ਹੈ। ਵਿਮਲ ਨੀਰ ਮੱਜੇ ਅੰਗ ਸਾਰੇ। ਫਿਰ ਬੜੇ ਨਿਰਮਲ ਜਲ ਨਾਲ ਸਤਿਗੁਰਾਂ ਦੇ ਪਾਵਨ ਸਰੀਰ ਦਾ ਇਸ਼ਨਾਨ ਕਰਵਾਇਆ ਹੈ। ਸੁੰਦਰ ਵਸਤਰ ਨਵੀਨ ਬਨਾਏ ਸਰਬ ਅੰਗ ਮੈਲੇ ਪਹਿਰਾਏ। ਬੜੇ ਸੋਹਣੇ ਸੁੰਦਰ ਬਸਤਰ, ਨਵੇਂ ਬਸਤਰ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਸਰੀਰ ਤੇ ਪਹਿਨਾਏ ਹਨ। ਬਹੁਤ ਸੋਹਣੇ ਬਸਤਰ ਮਹਾਰਾਜ ਜੀ ਦੇ ਸਰੀਰ ਤੇ ਧਾਰਨ ਕਰਵਾਏ ਹਨ। ਸਭ ਲਗ ਆਏ ਰੁਚਰ ਬਿਮਾਨਾ। ਇਹਨੇ ਨੂੰ ਵਿਬਾਨ ਵੀ ਸੋਹਣਾ ਤਿਆਰ ਹੋ ਕੇ ਆ ਪਹੁੰਚਿਆ ਹੈ। ਜਦੋਂ ਨੂੰ ਸਤਿਗੁਰਾਂ ਦੇ ਸਰੀਰ ਦਾ ਇਸ਼ਨਾਨ ਹੋਇਆ, ਇਤਨੇ ਨੂੰ ਵਿਬਾਨ ਵੀ ਆ ਪਹੁੰਚਿਆ। ਰਚਿਓ ਰੁਚਰ ਸ਼ੁਭ ਅੰਬਰ ਤਾਨਾ। ਵਿਬਾਨ ਵੀ ਬੜਾ ਸੋਹਣਾ ਬਣਾਇਆ ਸਿੱਖਾਂ ਨੇ, ਔਰ ਵਿਬਾਨ ਤੇ ਬੜੇ ਸੋਹਣੇ ਕੱਪੜੇ ਪਸ਼ਮੀਨੇ ਦੇ ਵਿਛਾਏ ਹੋਏ ਨੇ। ਫੂਲਨ ਮਾਲ ਵਿਸਾਲ ਬਨਾਏ ਕਿਉਂ ਦਿਸ਼ ਮੈਂ ਜਿਸ ਕੇ ਲੜਕਾਏ। ਫੁੱਲਾਂ ਦੀਆਂ ਮਲਾਵਾਂ ਬਣਾ ਕੇ ਉਹ ਮਲਾਵਾਂ ਵਿਬਾਨ ਦੇ ਚਾਰੇ ਪਾਸੇ ਲਟਕਾਈਆਂ ਹੋਈਆਂ। ਸਤਿਗੁਰੂ ਜੀ ਦਾ ਵਿਬਾਨ ਬੜੀ ਸ਼ੋਭਾ ਨਾਲ ਜਾਣਾ ਹੈ, ਇਸ ਕਰਕੇ ਵਿਬਾਨ ਦੇ ਚਾਰੇ ਪਾਸੇ ਬੜੇ ਸੁੰਦਰ ਫੁੱਲਾਂ ਦੀਆਂ ਮਲਾਵਾਂ ਗੁੰਦ ਕੇ ਲਾਈਆਂ ਹੋਈਆਂ ਨੇ। ਮਹਾ ਸੁਗੰਧੇ ਉਲੀਚਨ ਕਰੇ। ਸੁਗੰਧੀ ਦਾ ਚਰਚਣ ਕੀਤਾ ਹੋਇਆ, ਇਤਰ ਫੁਲੇਲ ਦਾ ਚਰਚਣ ਕੀਤਾ ਹੋਇਆ ਹੈ। ਲਿਆਏ ਉਤਾਰੇ ਉਤਿ ਸਥਲ ਤਰੇ। ਸਤਿਗੁਰਾਂ ਦੇ ਸਰੀਰ ਦੇ ਬਿਲਕੁਲ ਨੇੜੇ ਲਿਆ ਕੇ ਵਿਬਾਨ ਰੱਖਿਆ ਸਿੱਖਾਂ ਨੇ। ਤਬੀ ਉਠਾਏ ਸਤਿਗੁਰ ਪੋਢਾਏ ਪਸ਼ਮੰਬਰ ਕੋ ਉਪਰ ਪਾਏ। ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਪਾਵਨ ਸਰੀਰ ਚੁੱਕ ਕੇ ਵਿਬਾਨ ਵਿੱਚ ਸਜਾਇਆ, ਔਰ ਵਿਬਾਨ ਵਿੱਚ ਸਰੀਰ ਸਜਾ ਕੇ ਫਿਰ ਉੱਤੇ ਬੜਾ ਸੋਹਣਾ ਚਾਦਰਾ, ਪਸ਼ਮੀਨੇ ਦੀ ਬੜੀ ਸੁੰਦਰ ਚਾਦਰ, ਜਿਹਦੇ ਤੇ ਬੜੀ ਸੁੰਦਰ ਕਢਾਈ ਕੱਢੀ ਹੋਈ, ਉਹ ਚਾਦਰ ਮਹਾਰਾਜ ਜੀ ਦੇ ਪਾਵਨ ਵਿਬਾਨ ਦੇ ਉੱਤੇ ਸਰੀਰ ਦੇ ਉੱਤੇ ਪਾਈ ਹੈ। ਸਿੱਖ ਸੰਗਤ ਮਿਲ ਕੇ ਸਮਝਾਏ ਅੰਜਲ ਫੂਲਨ ਕੋ ਬਰਖਾਏ। ਸਾਰੀਆਂ ਸਿੱਖ ਸੰਗਤਾਂ ਨੇ ਮਿਲ ਕੇ ਫੁੱਲਾਂ ਦੀਆਂ ਬੁੱਕਾਂ ਭਰ ਕੇ ਮਹਾਰਾਜ ਜੀ ਤੇ ਫੁੱਲਾਂ ਦੀ ਵਰਖਾ ਕੀਤੀ ਹੈ, ਫੁੱਲਾਂ ਦਾ ਮੀਂਹ ਵਰਸਾਇਆ ਹੈ। ਜੈ ਜੈਕਾਰ ਉੱਚ ਧੁਨ ਹੋਵਾ। ਜੈ ਜੈਕਾਰ ਦਾ ਨਾਦ ਉੱਚੀ ਆਵਾਜ਼ ਵਿੱਚ ਹੋ ਰਿਹਾ ਹੈ। ਮਨੋ ਬਿਮਾਨ ਸੁਰਗ ਕੋ ਜੋਵਾ। ਕਹਿੰਦੇ ਮਾਨੋ ਸਵਰਗਪੁਰੀ ਦਾ ਵਿਬਾਨ ਤਿਆਰ ਹੋਇਆ ਹੋਵੇ, ਇਸ ਤਰ੍ਹਾਂ ਦੀ ਤਿਆਰੀ ਕੀਤੀ ਗਈ ਹੈ। ਸ਼੍ਰੀ ਅਰਜਨ ਕੋ ਆਗੇ ਕਰੇ ਲੀਨ ਉਠਾਏ ਕੰਧ ਪਰ ਧਰੇ। ਗੁਰੂ ਅਰਜਨ ਸਾਹਿਬ ਜੀ ਨੂੰ ਅੱਗੇ ਕੀਤਾ ਹੈ। ਇੱਕ ਮੋਢਾ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਵਿਬਾਨ ਨੂੰ ਲਾਇਆ ਹੈ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਇੱਕ ਮੋਢਾ ਵਿਬਾਨ ਨੂੰ ਲਾਇਆ ਹੈ। ਦੂਜੇ ਪਾਸੇ ਬਾਬਾ ਬੁੱਢਾ ਸਾਹਿਬ ਜੀ ਤੇ ਪਿੱਛੇ ਸਿੱਖ ਬਾਬਾ ਮੋਹਣ ਜੀ ਮੋਹਰੀ ਜੀ ਹੋਣੀ, ਇਸ ਤਰ੍ਹਾਂ ਰਲ ਮਿਲ ਕੇ ਸਾਰਿਆਂ ਸੇਵਕਾਂ ਨੇ ਵਿਬਾਨ ਚੁੱਕਿਆ ਹੈ। ਕਰੈ ਆਪਨ ਪੋ ਸਫਲ ਵਿਸਾਲਾ। ਸਭ ਸੇਵਕ ਵਾਰੋ ਵੇਰੀ ਆ ਕੇ ਮੋਢਾ ਦਿੰਦੇ ਨੇ ਔਰ ਆਪਣਾ ਆਪ ਸਫਲਾ ਕਰਦੇ ਹਨ। ਲਗੇ ਬਿਮਾਨ ਸਾਤ ਸਿੱਖ ਜਾਲਾ। ਬਹੁਤ ਸਾਰੇ ਸਿੱਖਾਂ ਦਾ ਜਾਲ ਸਮੂਹ ਵਿਬਾਨ ਦੇ ਨਾਲ ਲੱਗਾ ਹੈ, ਵਿਬਾਨ ਚੁੱਕਣ ਦੀ ਸੇਵਾ ਕਰ ਰਹੇ ਨੇ। ਜਾਮੀ ਕਰਕੇ ਕੁਸਮ ਬਣਾਏ ਲਾਜਾ ਮੈਂ ਮਿਲਾਏ ਬਰਖਾਏ। ਖਾਲਸਾ ਜੀ ਜਿਹੜੇ ਸੋਨੇ ਦੇ ਫੁੱਲ ਬਣਾ ਕੇ ਲਿਆਂਦੇ ਸੀ ਨਾ, ਉਹ ਦੂਜੇ ਫੁੱਲਾਂ 'ਚ ਮਿਲਾ ਕੇ ਸੋਨੇ ਦੇ ਫੁੱਲਾਂ ਦਾ ਮੀਂਹ ਵਰਸਾਇਆ। ਜਦੋਂ ਸਤਿਗੁਰਾਂ ਦਾ ਵਿਬਾਨ ਜਾਣ ਲੱਗਾ ਗੁਰੂ ਰਾਮਦਾਸ ਸਾਹਿਬ ਦਾ,
ਉੱਤੋਂ ਬਾਬਾ ਬੁੱਢਾ ਸਾਹਿਬ ਜੀ ਤੇ ਹੋਰ ਸਿੱਖਾਂ ਨੇ ਉਹਨਾਂ ਫੁੱਲਾਂ ਦਾ ਮੀਂਹ ਵਰਸਾਇਆ ਹੈ। ਅਪਰ ਦਰਬ ਉਪਰ ਬੋਡਾਰੇ ਸ਼੍ਰੀ ਸਤਿਗੁਰ ਜੀ ਧੰਨ ਉਚਾਰਤ। ਤੇ ਮਾਇਆ ਵੀ ਬਹੁਤ ਸਾਰੀ ਮਹਾਰਾਜ ਜੀ ਦੇ ਸਰੀਰ ਤੋਂ ਵਾਰ-ਵਾਰ ਕੇ ਉੱਥੇ ਜਾਚਕ ਦਨ ਜਿਹੜੇ ਦਨ ਮੰਗਤੇ ਲੋਕ ਸਨ ਉਹਨਾਂ ਨੂੰ ਦਿੱਤੀ ਹੈ। ਸਭ ਗੁਰੂ ਰਾਮਦਾਸ ਸਾਹਿਬ ਜੀ ਨੂੰ ਧੰਨ 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 ਕਹਿ ਕੇ ਸਲਾਹ ਰਹੇ ਨੇ। ਬਹੁ ਬਿਰਾਗ ਪਠਬੇ ਜਿਨ ਆਵਤ ਸੋ ਤਬ ਸ਼ਬਦ ਰਬਾਬੀ ਗਾਵਤ। ਜਿਸ ਬਾਣੀ ਨੂੰ ਪੜ੍ਹ ਕੇ ਬਹੁਤ ਜ਼ਿਆਦਾ ਵਿਰਾਗ ਆਵੇ ਐਸੀ ਬਾਣੀ ਰਬਾਬੀ ਸਿੱਖ ਗਾ ਰਹੇ ਨੇ। ਜਿਸ ਬਾਣੀ 'ਚ ਬੜਾ ਵਿਰਾਗ ਹੈ, ਜਿਸ ਬਾਣੀ 'ਚ ਪਰਮ ਵਿਰਾਗ ਹੈ, ਉਹ ਵਿਰਾਗਮਈ ਬਾਣੀ ਦਾ ਕੀਰਤਨ ਰਬਾਬੀ ਸਿੱਖ ਕਰਦੇ ਨੇ। ਖਰੇ ਹੋਏ ਪੌੜੀ ਜਬ ਲਾਵਤ ਦੇਤ ਦਰਬ ਤਿਨ ਆਗੇ ਜਾਵਤ। ਅੱਗੇ ਖਲੋ ਕੇ ਰਬਾਬੀ ਸਿੱਖ ਪੌੜੀ ਲਾਉਂਦੇ ਨੇ ਨਾ, ਜਦੋਂ ਖਲੋ ਕੇ ਤੇ ਪੌੜੀ ਲਾਣ ਸਮੇਂ ਫਿਰ ਗੁਰਸਿੱਖ ਬਹੁਤ ਸਾਰੀ ਮਾਇਆ ਉਹਨਾਂ ਰਬਾਬੀਆਂ ਨੂੰ ਵੀ ਭੇਟ ਕਰਦੇ ਨੇ। ਸੰਗਤ ਸੰਗ ਹਜ਼ਾਰੋਂ ਚੱਲਤ ਹਜ਼ਾਰਾਂ ਦੀ ਗਿਣਤੀ 'ਚ ਸੰਗਤ ਨਾਲ ਚੱਲ ਰਹੀ ਹੈ। ਲਾਜਾ ਫੂਲ ਦਰਬ ਕੋ ਡਾਲਤ ਤੇ ਕਹਿੰਦੇ ਲੱਜਾਂ ਫੁੱਲਾਂ ਦੀਆਂ ਭਰ ਭਰ ਕੇ ਸੁੱਟ ਰਹੇ ਨੇ। ਜਮਰ ਚਾਰੋ ਢੋਰਤ ਦਿਸ਼ ਦੋਏ ਸਤਿਗੁਰਾਂ ਦੇ ਬਿਬਾਨ ਦੇ ਦੋਹੀਂ ਪਾਸੇ ਚਵਰ ਝੁਲਾਇਆ ਜਾ ਰਿਹਾ ਹੈ। ਸੱਜੇ ਖੱਬੇ ਦੋਵੇਂ ਪਾਸੇ ਚਵਰ ਬਰਦਾਰ ਚੌਰ ਚਲਾ ਰਹੇ ਨੇ। ਉਜਲ ਮਨੋ ਹਾਂਤੀ ਹੋਏ ਚਵਰ ਝੂਲਦੇ ਏਦਾਂ ਲੱਗਦਾ ਮਾਨੋ ਜਿਵੇਂ ਦੋ ਉਜਵਲ ਹੰਸੀ ਹੋਣ। ਸ਼੍ਰੀ ਗੁਰੂ ਅਮਰਦੇਵ ਰਾਜਾ ਹਿਮ ਕਰਤੇ ਪਹੁੰਚਤ ਬੇਤਾ। ਜਿੱਥੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ ਦਿਉਰਾ ਸੀ, ਬਿਲਕੁਲ ਸਤਿਗੁਰਾਂ ਦੇ ਦਿਉਰੇ ਦੇ ਲਾਗੇ ਕੀਰਤਨ ਕਰਦਿਆਂ ਕਰਦਿਆਂ ਜਾਪ ਜਪਦਿਆਂ ਸੰਗਤ ਗੁਰੂ ਰਾਮਦਾਸ ਸਾਹਿਬ ਜੀ ਦਾ ਬਿਬਾਨ ਗੁਰੂ ਅਮਰਦਾਸ ਸਾਹਿਬ ਦੇ ਦਿਉਰੇ ਦੇ ਲਾਗੇ ਲੈ ਆਏ ਨੇ। ਪ੍ਰੇਮ ਅਧਿਕ ਸ਼੍ਰੀ ਸਤਿਗੁਰ ਕੇਰਾ ਸਭਨ ਬਿਲੋਚਨ ਤੇ ਜਲ ਗੇਰਾ। ਖਾਲਸਾ ਜੀ, ਗੁਰੂ ਸਾਹਿਬ ਦਾ ਬੜਾ ਭਾਰੀ ਪ੍ਰੇਮ ਹੈ ਸਿੱਖਾਂ ਦੇ ਮਨਾਂ ਵਿੱਚ। ਇਸ ਕਰਕੇ ਉਸ ਪਰਮ ਪ੍ਰੇਮ ਕਰਕੇ ਚਾਹੇ ਬੜਾ ਰੋਕਦੇ ਨੇ ਮਨ ਨੂੰ, ਪਰ ਉਸ ਪ੍ਰੇਮ ਵਿੱਚ ਨੇਤਰਾਂ ਦਾ ਉਛਾਲ ਉਹ ਭਰ ਕੇ ਆ ਹੀ ਜਾਂਦਾ। ਨੇਤਰਾਂ ਚੋਂ ਬਾਹਰ ਫੁਹਾਰਾਂ ਵਹਿ ਹੀ ਟੁਰਦੀਆਂ ਨੇ। ਤੀਰ ਵਿਪਾਸਾ ਪਾਸ ਉਤਾਰੇ ਚੌਂਦਿਸ਼ ਮੈਂ ਨਰਗਨ ਪਰਵਾਰੇ। ਬਿਆਸ ਦਰਿਆ ਦੇ ਕੰਢੇ ਤੇ ਬਿਬਾਨ ਉਤਾਰਿਆ, ਚਾਰੇ ਪਾਸੇ ਬਹੁਤ ਸਾਰੇ ਸਿੱਖਾਂ ਦਾ ਜਾਲ ਹੈ। ਬ੍ਰਿੰਦ ਸੰਕ ਬਾਜਤ ਬਹੁ ਬਾਰੇ ਸ਼ੰਖ ਵੱਜ ਰਹੇ ਨੇ, ਅਨੇਕ ਪ੍ਰਕਾਰ ਦੇ ਨਾਦ ਹੋ ਰਹੇ ਨੇ। ਸਭ ਮਿਲ ਕਰ ਤੈ ਚਿਖਾ ਸੁਧਾਰੇ। ਸਾਰੇ ਸਿੱਖਾਂ ਨੇ ਰਲ ਕੇ ਉੱਥੇ ਚਿਖਾ ਤਿਆਰ ਕੀਤੀ, ਅੰਗੀਠਾ ਤਿਆਰ ਕੀਤਾ। ਬਹੁ ਚੰਦਨ ਤੇ ਉੱਚੀ ਕਰਕੇ ਸਤਿਗੁਰ ਕੋ ਸਰੀਰ ਵਿੱਚ ਧਰ ਕੇ। ਚੰਦਨ ਦੀ ਚਿਖਾ ਰਚੀ ਹੈ ਸਿੱਖਾਂ ਨੇ, ਉੱਚੀ ਕਰਕੇ ਚਿਖਾ ਬਣਾਈ ਹੈ। ਫਿਰ ਉਸ ਪਾਵਨ ਅੰਗੀਠੇ ਵਿੱਚ ਚਿਖਾ ਵਿੱਚ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਪਾਵਨ ਸਰੀਰ ਅੰਗੀਠੇ ਵਿੱਚ ਰੱਖ ਕੇ ਲੱਕੜਾਂ ਚਿਣੀਆਂ ਹਨ। ਸ੍ਰੀ ਅਰਜਨ ਲੈ ਅਗਨੀ ਆਤ ਲਾਏ ਤਬੈ ਰੋਦਨ ਕੇ ਸਾਥ। ਅਰਦਾਸ ਕਰਕੇ ਉਸ ਵੇਲੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਉਸ ਵਕਤ ਆਪ ਚਾਰੇ ਪਾਸੇ ਪਰਿਕਰਮਾ ਕਰਕੇ ਗੁਰੂ ਰਾਮਦਾਸ ਜੀ ਦੇ ਅੰਗੀਠੇ ਦੇ ਆਪਣੇ ਹੱਥੀਂ ਅਗਨ ਭੇਟ ਗੁਰੂ ਅਰਜਨ ਸਾਹਿਬ ਨੇ ਕੀਤਾ ਹੈ। ਜਬ ਉੱਚੇ ਸਤਿਗੁਰ ਸੁਤਰਵਾ ਪਾਣੀ ਆਦ ਸਭਨ ਨੇ ਜੋਵਾ। ਕਹਿੰਦੇ ਖਾਲਸਾ ਜੀ, ਜਦੋਂ ਗੁਰੂ ਅਰਜਨ ਸਾਹਿਬ ਨੇ ਅੰਗੀਠੇ ਨੂੰ ਅਗਨ ਭੇਟ ਕੀਤੀ ਨਾ, ਉਸ ਵੇਲੇ ਗੁਰੂ ਅਰਜਨ ਸਾਹਿਬ ਦੀ ਵੀ ਉੱਚੀ ਜੀ ਧਾਰ ਨਿਕਲੀ। ਧੰਨ ਗੁਰੂ ਅਰਜਨ ਸਾਹਿਬ ਦੇ ਵੀ ਨੇਤਰ ਇੱਕ ਵਾਰੀ ਭਰ ਆਏ। ਪ੍ਰੇਮਾ ਤਰੋਏ ਆਂਸੂ ਛੋਰੇ। ਖਾਲਸਾ ਜੀ, ਇਹ ਪ੍ਰੇਮ ਦੇ ਵਿਰਾਗ ਦੇ ਨੇਤਰਾਂ ਦੇ ਹੰਝੂ ਨੇ। ਇੱਥੇ ਕੋਈ ਇਹ ਸੰਦੇਹ ਨਾ ਕਰੇ ਕਿ ਗੁਰੂ ਸਾਹਿਬ ਜੀ ਦੇ ਪਿਤਾ ਜੀ ਸੱਚਖੰਡ ਗਏ ਨੇ ਤਾਂ ਰੋ ਰਹੇ ਨੇ। ਇੱਥੇ ਗੁਰੂ ਨਾਲ ਸਿੱਖ ਦਾ ਪ੍ਰੇਮ ਹੈ। ਉਸ ਪਰਮ ਪ੍ਰੇਮ ਦੇ ਵਿਰਾਗ ਵਿੱਚ ਗੁਰੂ ਅਰਜਨ ਸਾਹਿਬ ਦੇ ਨੇਤਰ ਭਰੇ। ਤੇ ਜਦੋਂ ਗੁਰੂ ਅਰਜਨ ਸਾਹਿਬ ਦੀਆਂ ਅੱਖਾਂ ਭਰੀਆਂ ਤੇ ਵੇਖ ਕੇ ਮਾਤਾ ਭਾਨੀ ਜਿਨ੍ਹਾਂ ਨੇ ਆਪਣੇ ਆਪ ਨੂੰ ਰੋਕਿਆ ਹੋਇਆ ਸੀ, ਉਹਨਾਂ ਦੀਆਂ ਅੱਖਾਂ ਵੀ ਭਰ ਆਈਆਂ। ਸ਼ੋਕ ਵਿਖੈ ਸਭ ਕੇ ਮਨ ਭੋਰੇ। ਹੋਰ ਜਿੰਨੇ ਸਿੱਖ ਸੀ ਸ਼ੋਕ ਵਿੱਚ ਉਹਨਾਂ ਦੇ ਮਨ ਵੀ ਭਰ ਆਏ। ਸਿੱਖਾਂ ਦੀਆਂ ਅੱਖਾਂ ਵਿੱਚੋਂ ਵੀ ਫੁਹਾਰ ਵਹਿ ਟੁਰੇ। ਵਸਤਰਨ ਸਾਤ ਪਹੁੰਚ ਬੋ ਕਰੈ ਮੁਖ ਪਰ ਪੁਲਤ ਦ੍ਰਿਗਨ ਜਲ ਟਰੈ। ਗੁਰੂ ਅਰਜਨ ਸਾਹਿਬ ਬਸਤਰ ਨਾਲ ਨੇਤਰਾਂ ਨੂੰ ਪੂੰਝਦੇ ਨੇ, ਫੇਰ ਅੱਖਾਂ ਭਰ ਆਉਂਦੀਆਂ ਨੇ, ਫਿਰ ਪੂੰਝਦੇ ਨੇ ਨੇਤਰ, ਫੇਰ ਭਰ ਆਉਂਦੇ ਹਨ। ਬਿਰਦ ਨੇ ਭਨਿਓ ਦੇਖ ਕਰ ਨੈਣ
ਸਿਮਰੋ ਕਿਉ ਨੈ ਸਤਿਗੁਰ ਬੈਨ। ਜਦੋਂ ਸਿੱਖ ਵੀ ਰੋਣ ਲੱਗ ਪਏ ਵਿਰਾਗ ਵਿੱਚ ਨੇਤਰ ਭਰ ਆਏ ਸਿੱਖਾਂ ਦੇ, ਤੇ ਉਸ ਵਕਤ ਬਾਬਾ ਬੁੱਢਾ ਸਾਹਿਬ ਜੀ ਧੀਰਜ ਦੇਣ ਵਾਸਤੇ ਬੋਲੇ, ਕਹਿੰਦੇ ਭਾਈ ਸਿੱਖੋ ਗੁਰੂ ਕੇ ਬਚਨ ਕਿਉਂ ਨਹੀਂ ਯਾਦ ਕਰਦੇ। ਸਤਿਗੁਰੂ ਜੀ ਨੇ ਜੋ ਬਚਨ ਕਹੇ ਸਨ ਮਹਾਰਾਜ ਜੀ ਦੇ ਬਚਨਾਂ ਨੂੰ ਕਿਉਂ ਨਹੀਂ ਪਏ ਸਿਮਰਦੇ। ਇਨਕੇ ਪਾਛੇ ਕਰੋ ਆਨੰਦ। ਮਹਾਰਾਜ ਜੀ ਦੇ ਪਿੱਛੇ ਤਾਂ ਆਨੰਦ ਵਰਤਾਣਾ ਹੈ, ਪਾਤਸ਼ਾਹ ਦਾ ਹੁਕਮ ਹੈ ਸਾਡੇ ਪਿੱਛੋਂ ਆਨੰਦ ਹੀ ਕਰਨਾ ਹੈ। ਕਥਾ ਕੀਰਤਨ ਭਜਨ ਮੁਕੰਦ। ਕਥਾ ਕਰਨੀ ਹੈ, ਕੀਰਤਨ ਕਰਨਾ, ਪਰਮੇਸ਼ਰ ਦਾ ਭਜਨ ਕਰਨਾ ਜਿਹੜਾ ਮੁਕਤੀ ਦਿੰਦਾ ਹੈ। ਜਿਸ ਤੇ ਹੋਏ ਸਭਨ ਕਲਿਆਣ। ਇਹਦੇ ਨਾਲ ਸਾਰਿਆਂ ਦੀ ਕਲਿਆਣ ਹੋਣੀ ਹੈ। ਕਰਨ ਉਚਿਤ ਇਮ ਜੋ ਹਿਤ ਮਾਨ। ਇਹੀ ਤੁਹਾਡੇ ਸਾਰਿਆਂ ਦੇ ਕਰਨ ਉਚਿਤ ਹੈ। ਸਭ ਅਨਸੋਂ ਕੈ ਧੀਰਜ ਦੀਨਾ। ਦੀਨ ਮਨੋ ਬੋ ਸ਼ੋਕ ਅਧੀਨਾ। ਸਭ ਨੂੰ ਕਹਿ ਕੇ ਬਾਬਾ ਬੁੱਢਾ ਸਾਹਿਬ ਨੇ ਧੀਰਜ ਦਿੱਤਾ, ਪਰ ਸਿੱਖਾਂ ਦੇ ਮਨ ਬੜੇ ਦੀਨ ਨੇ, ਮਨਾਂ ਵਿੱਚ ਬੜੀ ਭਾਰੀ ਪੀੜਾ ਹੈ। ਗੁਰੂ ਦੇ ਪਰਮ ਪਿਆਰ ਦੇ ਵਿੱਚ ਗੁਰਸਿੱਖਾਂ ਦੇ ਹਿਰਦੇ ਭਰੇ ਹੋਏ ਨੇ। ਸ੍ਰੀ ਅਰਜਨ ਮਨ ਮਾਨ ਪ੍ਰਬੀਨ। ਗੁਰੂ ਅਰਜਨ ਸਾਹਿਬ ਨੇ ਬਾਬਾ ਬੁੱਢਾ ਸਾਹਿਬ ਦੇ ਬਚਨ ਸੁਣੇ ਤੇ ਸਤਿਗੁਰਾਂ ਨੇ ਵੀ ਆਪਣੇ ਵੇਗ ਨੂੰ ਰੋਕਿਆ। ਗੁਰ ਸਰੀਰ ਨੀਕੇ ਸਤਕਾਰਾ। ਹੀਰ ਬਿਪਾਸਾ ਰੁਚਿਰ ਕਿਨਾਰਾ। ਮਹਾਰਾਜ ਜੀ ਦੇ ਪਾਵਨ ਸਰੀਰ ਦਾ ਬਿਆਸ ਦਰਿਆ ਦੇ ਕੰਢੇ ਤੇ ਭਲੀ ਪ੍ਰਕਾਰ ਨਾਲ ਸੰਸਕਾਰ ਕੀਤਾ ਹੈ। ਸ੍ਰੀ ਅਰਜਨ ਕੋ ਕਰੇ ਅਗਾਰੀ। ਆਏ ਇਸ਼ਨਾਨੇ ਨਿਰਮਲ ਬਾਰੇ। ਉਹ ਨਿਰਮਲ ਜਲ ਵਿੱਚ ਸਭ ਸੰਗਤ ਨੇ ਫਿਰ ਉਸ ਵੇਲੇ ਇਸ਼ਨਾਨ ਪਾਨ ਕੀਤੇ ਹਨ। ਬਿਦ ਕੋ ਨਾਮ ਸਿਮਰ ਬਿਦ ਨੀਕੀ। ਸਨੇ ਸਨੇ ਸਭੀ ਪੁਰ ਆਏ। ਬੈਠੇ ਤੀਰ ਬਾਪ ਕਾ ਜਾਏ। ਇਸ ਤਰ੍ਹਾਂ ਸਹਿਜੇ ਸਹਿਜੇ ਬਿਆਸ ਦਰਿਆ ਦੇ ਕੰਢੇ ਤੋਂ ਸਿੱਖ ਬੌਲੀ ਸਾਹਿਬ ਦੇ ਕਿਨਾਰੇ ਜਿੱਥੇ ਦਰਬਾਰ ਲੱਗਦਾ ਸੀ, ਬੌਲੀ ਸਾਹਿਬ ਦੇ ਬਿਲਕੁਲ ਲਾਗੇ ਕਿਨਾਰੇ ਤੇ ਆ ਕੇ ਬੈਠੇ ਹਨ। ਮਾਨਵ ਕੋ ਸਮੁਦਾਏ ਮਾਨਾ। ਬਹੁਤ ਸਾਰੇ ਸਿੱਖਾਂ ਦਾ ਸਮੁਦਾਇ ਇੱਥੇ ਇਕੱਠਾ ਹੋਇਆ ਹੈ। ਸਿਮਰ ਸਿਮਰ ਗੁਰ ਕੇ ਗੁਣ ਨਾਨਾ। ਸਭ ਗੁਰੂ ਸਾਹਿਬ ਦੇ ਗੁਣ ਸਿਮਰਦੇ, ਗੁਰੂ ਰਾਮਦਾਸ ਸਾਹਿਬ ਦੇ ਗੁਣਾਂ ਨੂੰ ਯਾਦ ਕਰਦੇ ਨੇ। ਸੁਜਸ ਕਰੈ ਬੋ ਆਪਸ ਮਈਆ। ਆਪਸ ਵਿੱਚ ਰਲ ਕੇ ਸੁਜਸ ਕਰਦੇ ਨੇ। ਗੁਰੂ ਰਾਮਦਾਸ ਸਾਹਿਬ ਜੀ ਦੀ ਵੱਡੀ ਵਡਿਆਈ ਕਥਨ ਕਰਦੇ ਹਨ। ਸਾਰੇ ਉਪਕਾਰ ਹੇਤ ਤਨ ਲਈਆ। ਔਰ ਸਿੱਖ ਕਹਿੰਦੇ ਨੇ ਕਿ ਗੁਰੂ ਸਾਹਿਬ ਜੀ ਨੇ ਤਾਂ ਪਰਉਪਕਾਰ ਵਾਸਤੇ ਸਰੀਰ ਧਾਰਨ ਕੀਤਾ ਹੈ। ਜਿਮ ਲੋਗਨ ਕੇ ਭਾਗਨ ਕਾਰਨ। ਨਭ ਕਨ ਬੀਤੈ ਤਜ ਜਲ ਧਾਰਨ। ਜਿਵੇਂ ਲੋਕਾਂ ਨੂੰ ਤਾਰਨ ਵਾਸਤੇ, ਲੋਕਾਂ ਦੇ ਭਾਗਾਂ ਨੂੰ ਭਰਨ ਵਾਸਤੇ ਆਕਾਸ਼ ਵਿੱਚ ਬੱਦਲ ਭਰ ਕੇ ਆਉਂਦੇ ਨੇ, ਮੀਂਹ ਵਰਸਾ ਕੇ ਮਾਤ ਲੋਕ ਦੇ ਜੀਵਾਂ ਨੂੰ ਸੁਖੀ ਕਰਕੇ ਸਾਰਿਆਂ ਦੇ ਵਿੱਚ ਸੁਖ ਵਰਤਾਉਂਦੇ ਨੇ। ਸਭ ਕੋ ਹਿਤ ਕਰ ਬੌਰ ਸਮਾਵੈ। ਤਿਮ ਸਤਿਗੁਰ ਤਨ ਧਰ ਜਗ ਆਵੈ। ਆਕਾਸ਼ ਵਿੱਚ ਆਏ ਹੋਏ ਬੱਦਲ ਜਿਵੇਂ ਸਾਰਿਆਂ ਦਾ ਭਲਾ ਕਰਕੇ ਫਿਰ ਮੁੜ ਕੇ ਆਕਾਸ਼ ਵਿੱਚ ਹੀ ਕਿਤੇ ਸਮਾ ਜਾਂਦੇ ਨੇ, ਏਦਾਂ ਹੀ ਸਤਿਗੁਰੂ ਜੀ ਵੀ ਮਾਤ ਲੋਕ ਦੀ ਧਰਤੀ ਤੇ ਸਾਡੇ ਵਰਗੇ ਜੀਵਾਂ ਦੀ ਕਲਿਆਣ ਵਾਸਤੇ ਆਉਂਦੇ ਨੇ ਔਰ ਮੁੜ ਕੇ ਫਿਰ ਆਕਾਸ਼ ਵਿੱਚ ਹੀ ਸਮਾ ਜਾਂਦੇ ਹਨ। ਸਿੱਖਨ ਕੋ ਕਰ ਕੈ ਕਲਿਆਣ। ਗਮਨੈ ਬੋਰ ਬੈਕੁੰਠ ਸਥਾਨ। ਸਿੱਖਾਂ ਦੀ ਕਲਿਆਣ ਕਰਕੇ, ਸਿੱਖਾਂ ਦਾ ਪਾਰ ਉਤਾਰਾ ਕਰਕੇ, ਬਹੁਤ ਸਾਰੇ ਜੀਵਾਂ ਦਾ ਉਧਾਰ ਕਰਕੇ ਸਤਿਗੁਰੂ ਜੀ ਫਿਰ ਆਪਣੇ ਧਾਮ, ਆਪਣੇ ਬੈਕੁੰਠ ਨੂੰ ਚਲੇ ਜਾਂਦੇ ਨੇ। ਉਹ ਕਿਤੇ ਜਾਂਦੇ ਨਹੀਂ, ਹਾਜ਼ਰ ਹੀ ਨੇ। ਹੁਣ ਬੱਦਲ ਆਕਾਸ਼ ਵਿੱਚ ਅਲੋਪ ਹੋ ਜਾਣ, ਇਹ ਨਹੀਂ ਕਹਿ ਸਕਦੇ ਮੁੜ ਕੇ ਨਹੀਂ ਆਉਣਗੇ। ਇਸੇ ਤਰ੍ਹਾਂ ਗੁਰੂ ਸਾਹਿਬ ਕਿਤੇ ਗਏ ਨਹੀਂ, ਹਾਜ਼ਰ ਹੀ ਨੇ, ਪਰ ਜੀਵਾਂ ਦੀ ਕਲਿਆਣ ਕਰਕੇ ਕਿਤੇ ਜਾ ਕੇ ਸਮਾ ਜਾਂਦੇ ਹਨ। ਇਤਿਆਦਿਕ ਸਿੱਖ ਸਿਆਣੇ ਕਹਿ ਕਹਿ। ਸ਼੍ਰੀ ਅਰਜਨ ਕੀ ਦਿਸ਼ ਸਭ ਲੈ ਲੈ। ਇਹ ਤਾਂ ਗੁਰੂ ਕੇ ਸਿੱਖ ਮਹਾਰਾਜ ਜੀ ਦੀ ਉਪਮਾ ਕਰਦੇ, ਗੁਰੂ ਰਾਮਦਾਸ ਸਾਹਿਬ ਦਾ ਸੁਜਸ ਕਰਦੇ ਔਰ ਫਿਰ ਮਹਾਨ ਧੀਰਜ ਧਾਰ ਕੇ ਹਿਰਦੇ ਵਿੱਚ ਧੰਨ ਗੁਰੂ ਅਰਜਨ ਸਾਹਿਬ ਜੀ ਵੱਲ ਵੇਖਦੇ ਵੀ ਹੁਣ ਗੁਰੂ ਅਰਜਨ ਸਾਹਿਬ ਸਾਡੇ ਗੁਰਦੇਵ ਨੇ, ਇਹਨਾਂ ਵਿੱਚ ਗੁਰੂ ਰਾਮਦਾਸ ਸਾਹਿਬ ਦੀ ਜੋਤ ਸਮਾ ਗਈ ਹੈ, ਇਹਨਾਂ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਦੀ ਜੋਤ ਵਸਦੀ ਹੈ। ਭਾਨੀ ਪਰਜਾਈਨ ਸੰਗ ਮਿਲ ਮਿਲ। ਅਪਰ ਅਨਿਕਤੀਆ ਆਵਤ ਚੱਲ ਚੱਲ। ਮਾਤਾ ਭਾਨੀ ਜੀ ਆਪਣੀਆਂ ਭਰਜਾਈਆਂ ਨਾਲ ਮਿਲ ਕੇ ਬੈਠੇ ਪਤੀ ਦੇਵ ਦੇ ਗੁਣਾਂ ਨੂੰ ਯਾਦ ਕਰਦੇ ਨੇ। ਹੋਰ ਵੀ ਬਹੁਤ ਸਾਰੀਆਂ ਨਗਰ ਦੀਆਂ ਇਸਤਰੀਆਂ ਮਾਤਾ ਭਾਨੀ ਜੀ ਨੂੰ ਆਣ ਕੇ ਮਿਲਦੀਆਂ ਹਨ। ਰੁਦਨ ਕਰਤੇ ਸਗਰੀ ਪੁਨ ਪੁਨ। ਬਾਰ ਬਾਰ
ਸਤਿਗੁਰ ਕੇ ਗੁਣ ਗੁਣ। ਕਈ ਮਾਈਆਂ ਰੁਦਨ ਕਰਦੀਆਂ ਨੇ ਨੇਤਰ ਭਰ ਕੇ ਗੁਰੂ ਰਾਮਦਾਸ ਜੀ ਦੇ ਗੁਣਾਂ ਨੂੰ ਚੇਤੇ ਕਰਕੇ। ਕਈ ਇਸਤਰੀਆਂ ਦੇ ਨੇਤਰ ਭਰ ਕੇ ਆ ਜਾਂਦੇ ਨੇ, ਵਗਦੇ ਨੇ। ਔਰ ਧੀਰਜ ਕੋ ਫਾਨੀ ਧਰ ਧਰ, ਗੁਰਮੂਰਤ ਕੋ ਚਿਤਵਨ ਕਰ ਕਰ। ਮਾਤਾ ਭਾਨੀ ਜੀ ਨੇ ਹਿਰਦੇ ਵਿੱਚ ਬੜਾ ਵੱਡਾ ਭਾਰੀ ਧੀਰਜ ਧਾਰਨ ਕੀਤਾ ਹੋਇਆ ਹੈ, ਔਰ ਗੁਰੂ ਕੀ ਪਵਿੱਤਰ ਮੂਰਤ ਨੂੰ, ਗੁਰੂ ਰਾਮਦਾਸ ਸਾਹਿਬ ਦੀ ਮੂਰਤ ਨੂੰ ਆਪਣੇ ਹਿਰਦੇ 'ਚ ਮਾਤਾ ਭਾਨੀ ਜੀ ਚਿਤਵ ਕੇ ਉਸ ਮੂਰਤ ਨੂੰ ਆਪਣੇ ਹਿਰਦੇ ਵਿੱਚ ਵਸਾਉਂਦੇ ਨੇ। ਸ਼ਾਂਤਮਤੀ ਕਰ ਕੈ ਥਿਰ ਸੋਏ, ਪਤੀ ਕੋ ਧਿਆਨ ਪਰਾਇਣ ਹੋਏ। ਐਨ ਸ਼ਾਂਤ ਮਤ ਧਾਰਨ ਕਰਕੇ ਮਾਤਾ ਭਾਨੀ ਜੀ ਥਿਰ ਹੋ ਕੇ ਬੈਠੇ ਨੇ, ਮਨ ਬਿਲਕੁਲ ਸ਼ਾਂਤ ਹੈ, ਔਰ ਆਪਣੇ ਪਤੀ ਦੇ ਧਿਆਨ ਪਰਾਇਣ ਹੋ ਕੇ ਬੈਠੇ ਨੇ। ਮਾਤਾ ਭਾਨੀ ਨੂੰ ਇਹ ਲੱਗ ਹੀ ਨਹੀਂ ਰਿਹਾ ਕਿ ਉਹਨਾਂ ਦੇ ਪਤੀ ਕਿਤੇ ਦੂਰ ਉਹਨਾਂ ਤੋਂ ਚਲੇ ਗਏ। ਉਹਨਾਂ ਨੂੰ ਏਦਾਂ ਲੱਗਦਾ ਹੈ ਕਿ ਉਹਨਾਂ ਦੇ ਪਤੀ ਦੀ ਮੂਰਤ ਉਹਨਾਂ ਦੇ ਸਾਹਮਣੇ ਬੈਠੀ ਹੈ, ਔਰ ਉਸ ਦੇ ਵਿੱਚ ਉਹ ਆਪਣਾ ਧਿਆਨ ਜੋੜ ਕੇ ਬੈਠੇ ਨੇ। ਇਸਤਰੀ ਪੁਰਖ ਆਏ ਬਹੁ ਤੇਰੇ, ਸ਼੍ਰੀ ਅਰਜਨ ਟਿਕ ਬੈਠ ਕਨੇਰੇ। ਜਿਨ੍ਹਾਂ ਨੂੰ ਖਬਰ ਹੁੰਦੀ ਨੇੜੇ ਤੇੜਿਓਂ ਇਸਤਰੀਆਂ ਪੁਰਖ ਇਕੱਠੇ ਹੋ ਕੇ ਆਉਂਦੇ, ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਦੇ ਕੋਲ ਆ ਕੇ ਬੈਠਦੇ ਨੇ। ਮਹਾਰਾਜ ਗੁਰੂ ਅਰਜਨ ਸਾਹਿਬ ਨੂੰ ਨਮਸਕਾਰ ਕਰਕੇ ਕੋਲ ਬੈਠਦੇ ਨੇ। ਬੰਦਨ ਕਰ ਨਿਜ ਸਦਨ ਸਿਧਾਮੈ, ਇਸ ਪ੍ਰਕਾਰ ਆਵੈ ਇੱਕ ਜਾਵੈ। ਨਮਸਕਾਰ ਕਰ ਕਰਕੇ ਮਹਾਰਾਜ ਜੀ ਦੇ ਕੋਲੋਂ ਵਾਪਸ ਘਰਾਂ ਨੂੰ ਮੁੜਦੇ ਨੇ, ਆ ਰਹੇ ਨੇ, ਇੱਕ ਜਾ ਰਹੇ ਨੇ। ਇਸ ਤਰ੍ਹਾਂ ਸਤਿਗੁਰਾਂ ਦੇ ਕੋਲ ਬਹੁਤ ਸਾਰੀਆਂ ਸੰਗਤਾਂ ਆ ਰਹੀਆਂ ਤੇ ਜਾ ਰਹੀਆਂ ਨੇ। ਗ੍ਰਾਮ ਨਗਰ ਜੈ ਜੈ ਸੁਧੋਈ, ਸਿੱਖ ਸੰਗਤ ਪਹੁੰਚਾ ਸਭ ਕੋਈ। ਗ੍ਰਾਮ ਨਗਰ ਵਿੱਚ ਜਿੱਥੇ ਜਿੱਥੇ ਵੀ ਕੋਈ ਹੈ, ਜਿੱਥੇ ਜਿੱਥੇ ਵੀ ਖਬਰ ਮਿਲੀ ਹੈ, ਜਿੱਥੇ ਜਿੱਥੇ ਵੀ ਸਿੱਖ ਸੰਗਤਾਂ ਨੇ, ਸਾਰੀਆਂ ਸੰਗਤਾਂ ਗੁਰੂ ਸਾਹਿਬ ਜੀ ਦੇ ਕੋਲ ਪਹੁੰਚ ਕੇ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕਰਦੀਆਂ ਨੇ। ਮਿਲ ਮਿਲ ਸਗਰੇ ਸਦਨ ਸਿਧਾਏ, ਗੋਇੰਦਵਾਲ ਪੀਰ ਸਮਦਾਏ। ਮਿਲ ਕੇ ਸਾਰੇ ਆਪਣੇ ਘਰਾਂ ਨੂੰ ਵੀ ਵਾਪਸ ਮੁੜ ਰਹੇ ਨੇ। ਬਹੁਤ ਇਕੱਠ ਹੋਇਆ ਗੋਇੰਦਵਾਲ ਸਾਹਿਬ 'ਚ। ਨੇੜੇ ਤੇੜੇ ਨਗਰਾਂ ਵਿੱਚੋਂ ਵੀ ਬਹੁਤ ਲੋਕਾਈ ਗੁਰਸਿੱਖ ਚੱਲ ਕੇ ਆਏ ਹਨ। ਦਿਓਸ ਤੀਨ ਇਸ ਰੀਤ ਬਿਤਾਏ, ਸ਼ਬਦ ਕੀਰਤਨ ਵੈ ਅਦਕਾਏ। ਖਾਲਸਾ ਜੀ ਇਸ ਤਰ੍ਹਾਂ 3 ਦਿਨ ਬਤੀਤ ਕੀਤੇ ਨੇ ਗੁਰੂ ਅਰਜਨ ਸਾਹਿਬ ਜੀ ਨੇ ਗੋਇੰਦਵਾਲ ਸਾਹਿਬ 'ਚ। ਗੁਰੂ ਰਾਮਦਾਸ ਸਾਹਿਬ ਦੇ ਸੱਚਖੰਡ ਜਾਣ ਤੋਂ ਬਾਅਦ, ਸੰਸਕਾਰਨ ਤੋਂ ਬਾਅਦ 3 ਦਿਨ ਬਤੀਤ ਕੀਤੇ ਨੇ। ਸ਼ਬਦ ਕੀਰਤਨ ਹੀ ਹੋ ਰਿਹਾ ਹੈ, ਕੀਰਤਨ ਹੀ ਹੋ ਰਿਹਾ ਹੈ। ਰਬਾਬੀ ਸਿੱਖ ਗਾਈ ਜਾ ਰਹੇ ਨੇ ਵੈਰਾਗਮਈ ਗੁਰਬਾਣੀ ਦਾ ਕੀਰਤਨ। बीच मोरी बिरद आदक गन, बैठते हैं लेकर श्री अर्जन। ਔਰ ਬਾਬਾ ਮੋਹਰੀ ਜੀ, ਬਾਬਾ ਬੁੱਢਾ ਸਾਹਿਬ ਜੀ, ਹੋਰ ਬਹੁਤ ਸਾਰੇ ਸਿੱਖ ਗੁਰੂ ਅਰਜਨ ਸਾਹਿਬ ਜੀ ਨੂੰ ਗੱਦੀ ਤੇ ਬਿਠਾ ਕੇ ਸੰਗਤ ਵਿੱਚ ਬੈਠਦੇ ਨੇ। ਦੀਵਾਨ ਸਜਦਾ ਹੈ, ਰਬਾਬੀ ਸਿੱਖ ਕੀਰਤਨ ਕਰਦੇ ਨੇ। ਇਸ ਤਰ੍ਹਾਂ 3 ਦਿਨ ਬਤੀਤ ਹੋਏ ਨੇ। ਚੌਥੇ ਦਿਨ ਗੁਰੂ ਰਾਮਦਾਸ ਸਾਹਿਬ ਜੀ ਦੇ ਅੰਗੀਠੇ ਨੂੰ ਸੰਭਾਲਣ ਦੀ ਸੇਵਾ ਹੋ ਰਹੀ ਹੈ। ਉਧਰ ਪ੍ਰਿਥੀ ਚੰਦ ਨੂੰ ਵੀ ਖਬਰ ਪਹੁੰਚ ਗਈ ਹੈ